ਦ ਹਰਜੀਤ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਮੇਜ਼ਬਾਨ ਸੋਹਰਾਬ ਸੰਧੂ। ਅੱਜ ਹਰਜੀਤ ਗਿੱਲ ਜੀ ਛੁੱਟੀ 'ਤੇ ਨੇ, ਸੋ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਅੱਜ ਦਾ ਪ੍ਰੋਗਰਾਮ ਮੈਂ ਤੁਹਾਡੇ ਵਾਸਤੇ ਪੇਸ਼ ਕਰਾਂਗਾ ਔਰ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ ਅੱਜ ਜਿਹੜੀਆਂ ਖਾਸ ਖਬਰਾਂ ਨੇ ਉਹਨਾਂ ਬਾਰੇ। ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਵੈਦਰ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਵੇਲੇ ਸੜਕਾਂ ਦੇ ਉੱਤੇ ਬਹੁਤ ਜ਼ਿਆਦਾ ਜਲਥਲ ਹੋਈ ਪਈ ਆ ਔਰ ਟ੍ਰੈਫਿਕ ਜਿਹੜਾ ਆ ਉਹ ਬਹੁਤ ਹੌਲੀ ਚੱਲ ਰਿਹਾ ਇਸ ਵੇਲੇ ਚਾਰੇ ਪਾਸੇ। ਹੁਣੇ ਰੋਮਨਪ੍ਰੀਤ ਵੀ ਤੁਹਾਨੂੰ ਟ੍ਰੈਫਿਕ ਰਿਪੋਰਟ ਦੇ ਵਿੱਚ ਦੱਸ ਕੇ ਗਈ ਆ। ਫਲੱਡਿੰਗ ਥਾਂ ਥਾਂ 'ਤੇ ਹੋਈ ਆ ਔਰ ਕਈ ਵਾਰ ਅਸੀਂ ਸਪੀਡ 'ਤੇ ਜਾ ਰਹੇ ਹੁੰਦੇ ਹਾਂ ਔਰ ਥੱਲੇ ਪਾਣੀ ਕਾਫੀ ਖੜ੍ਹਾ ਹੁੰਦਾ, ਸੋ ਬਚ ਕੇ ਚੱਲਣ ਦੀ ਸਾਨੂੰ ਲੋੜ ਆ। ਖਾਸ ਕਰ ਸਕੂਲ ਜ਼ੋਨਸ ਦੇ ਵਿੱਚ ਕਾਫੀ ਖਿਆਲ ਰੱਖੋ ਸਪੀਡ ਦਾ, ਕਿਉਂਕਿ ਉੱਥੇ ਸਾਨੂੰ ਸਪੀਡ ਦਾ ਖਿਆਲ ਜ਼ਿਆਦਾ ਰੱਖਣ ਦੀ ਲੋੜ ਆ। ਔਰ ਪਾਣੀ ਦੇ ਵਿੱਚ ਜੇ ਤੁਹਾਨੂੰ ਕੋਈ ਛੇਤੀ ਤੋਂ ਬਚੋ ਥੋੜ੍ਹਾ ਜਿਹਾ ਅੱਜ, ਕਿਉਂਕਿ ਵੈਦਰ ਕੰਡੀਸ਼ਨਸ ਵਿਜ਼ੀਬਿਲਿਟੀ ਬਹੁਤ ਹੀ ਜ਼ਿਆਦਾ ਪੂਅਰ ਆ। ਬੱਦਲ ਜਿਹੜਾ ਅਸਮਾਨ ਦੇ ਵਿੱਚ ਬਿਲਕੁਲ ਹੀ ਘੁਲਿਆ ਮਿਲਿਆ ਪਿਆ ਔਰ ਪਾਣੀ ਐਂ ਲੱਗ ਰਿਹਾ ਜਿਵੇਂ ਬਿਲਕੁਲ ਉੱਤੋਂ ਇੱਕ ਟੂਟੀ ਛੱਡੀ ਹੋਵੇ। ਔਰ ਟ੍ਰੈਫਿਕ ਦੇ ਵਿੱਚ ਅੱਜ ਸਾਨੂੰ ਸਾਰਿਆਂ ਨੂੰ ਬਹੁਤ ਬਚ ਕੇ ਚੱਲਣ ਦੀ ਲੋੜ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਜਿਹੜੀ ਖਬਰਾਂ ਨੇ ਅੱਜ ਦੀਆਂ ਖਾਸ ਖਬਰਾਂ, ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਡੀਟੇਲ ਲਵਾਂਗੇ ਔਰ ਉਸ ਤੋਂ ਬਾਅਦ ਸਾਡੇ ਸਾਥੀ ਇੰਡੀਆ ਤੋਂ ਨਵਕਿਰਨ ਪੱਤੀ ਜੀ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਪੰਜਾਬ ਤੋਂ ਭਾਰਤ ਤੋਂ ਜਿਹੜੀ ਖਬਰਸਾਰ ਆ ਉਹ ਲਵਾਂਗੇ। ਉਸ ਤੋਂ ਬਾਅਦ ਮੇਰੇ ਨਾਲ ਇੱਕ ਮਹਿਮਾਨ ਪ੍ਰੋਗਰਾਮ ਦੇ ਵਿੱਚ ਆਉਣਗੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਇਲੈਕਟ੍ਰਿਕ ਵਹੀਕਲਸ ਬਾਰੇ। ਜਿਹੜੀਆਂ ਕਾਰਾਂ ਬੈਟਰੀ 'ਤੇ ਚੱਲਦੀਆਂ ਨੇ ਉਹਨਾਂ ਦਾ ਕੀ ਫਿਊਚਰ ਹੋਏਗਾ ਕੈਨੇਡਾ ਦੇ ਵਿੱਚ, ਖਾਸ ਕਰ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਇਸ ਮਹਿਮਾਨ ਦੇ ਨਾਲ। ਔਰ ਅਸੀਂ ਇੱਕ ਸੈਗਮੈਂਟ ਹੋਰ ਕਰਾਂਗੇ ਜਿਹਦੇ ਵਿੱਚ ਅਸੀਂ ਕਮਿਊਨਿਟੀ ਦੇ ਨਾਲ ਜੁੜਿਆ ਇੱਕ ਇਸ਼ੂ ਡਿਸਕਸ ਕਰਾਂਗੇ। ਇੱਕ ਇਹੋ ਜਿਹਾ ਇਸ਼ੂ ਜਿਹੜਾ ਸਾਡੀ ਪੰਜਾਬੀ ਕਮਿਊਨਿਟੀ ਦੇ ਨਾਲ, ਜਿਹੜੀ ਇੱਥੇ ਨਾਰਥ ਅਮਰੀਕਾ ਦੇ ਵਿੱਚ ਔਰ ਖਾਸ ਕਰ BC ਦੇ ਵਿੱਚ ਜਿਹੜੀ ਪੰਜਾਬੀ ਕਮਿਊਨਿਟੀ ਆ ਉਹਦੇ ਨਾਲ ਜੁੜਿਆ ਇੱਕ ਟੌਪਿਕ ਅਸੀਂ ਡਿਸਕਸ ਕਰਾਂਗੇ ਔਰ ਉਹਦੇ ਵਾਸਤੇ ਸਾਡੀਆਂ ਫੋਨ ਲਾਈਨਸ ਵੀ ਖੁੱਲ੍ਹੀਆਂ ਰਹਿਣਗੀਆਂ। ਤੁਸੀਂ ਵੀ ਆਪਦਾ ਯੋਗਦਾਨ ਉਸ ਸੈਗਮੈਂਟ ਦੇ ਵਿੱਚ ਪਾ ਸਕੋਗੇ। ਸਾਡੇ ਬੱਚਿਆਂ ਦੇ ਨਾਲ, ਸਾਡੇ ਭਵਿੱਖ ਦੇ ਨਾਲ ਜੁੜਿਆ ਇਹ ਟੌਪਿਕ ਅਸੀਂ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਇੱਕ ਸੁਨੇਹਾ ਸਾਡੇ ਸਪਾਂਸਰਸ ਵੱਲੋਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ 20 ਨਵੰਬਰ ਨੂੰ ਇੱਕ ਵਿਸ਼ਾਲ ਨਗਰ ਕੀਰਤਨ ਹੋਣ ਜਾ ਰਿਹਾ ਜੀ। ਔਰ 20 ਨਵੰਬਰ ਨੂੰ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ, ਉਹਨਾਂ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਜਿਹੜਾ ਆ ਇਹ 20 ਨਵੰਬਰ 2021 ਨੂੰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਜਿਹੜਾ 152 ਤੇ 68 ਵਾਲਾ ਗੁਰਦੁਆਰਾ ਹੈ ਜੀ, ਉੱਥੋਂ ਇਹ ਨਗਰ ਕੀਰਤਨ ਜਿਹੜਾ ਉਹ ਚੱਲੇ ਪਾਵੇਗਾ ਸਵੇਰੇ 6 ਵਜੇ। ਸੋ ਸੈਟਰਡੇ 20 ਨਵੰਬਰ ਨੂੰ 9 ਤੋਂ ਲੈ ਕੇ 2:30 ਵਜੇ ਤੱਕ ਇਹ ਨਗਰ ਕੀਰਤਨ ਚੱਲਣਾ ਹੈ ਜੀ। ਵੈਸੇ ਜਿਹੜੀ ਸੇਵਾ ਹੈ ਰੋਜ਼ਾਨਾ ਸਵੇਰੇ 6 ਵਜੇ ਸਟਾਰਟ ਹੁੰਦੀ ਹੈ, ਮਾफ़ ਕਰਨਾ ਜੀ, ਰੋਜ਼ਾਨਾ ਸਵੇਰੇ 6 ਵਜੇ ਸੇਵਾ ਉੱਥੇ ਸਟਾਰਟ ਹੁੰਦੀ ਆ, ਪਰ ਨਗਰ ਕੀਰਤਨ ਜਿਹੜਾ ਹੈ 9 ਵਜੇ ਚੱਲੇਗਾ, 9 ਤੋਂ ਲੈ ਕੇ 2:30 ਵਜੇ ਤੱਕ 20 ਨਵੰਬਰ ਨੂੰ। ਦਿਲਾਵਰੀ ਵਾਲੇ ਇੱਕ BC ਚੈਰਿਟੀ ਡਰਾਈਵ ਕਰਾ ਰਹੇ ਆ ਜੀ, ਜਿਹਦੇ ਵਿੱਚ ਉਹ ਗ੍ਰੇਟਰ ਵੈਨਕੂਵਰ ਫੂਡ ਬੈਂਕ ਅਤੇ BC ਚਿਲਡਰਨ ਹੌਸਪੀਟਲ ਦੀ ਮਦਦ ਵਾਸਤੇ ਇਹ ਚੈਰਿਟੀ ਡਰਾਈਵ ਕਰ ਰਹੇ ਆ। ਨਵੰਬਰ 15 ਤੋਂ ਲੈ ਕੇ ਨਵੰਬਰ 29 ਤੱਕ ਇਹ ਚੈਰਿਟੀ ਡਰਾਈਵ ਚੱਲੇਗੀ, ਜਿਹਦੇ ਵਿੱਚ ਤੁਸੀਂ ਦਿਲਾਵਰੀ ਡੀਲਰਸ਼ਿਪਸ 'ਤੇ ਜਾ ਕੇ ਫੂਡ ਅਤੇ ਟੋਇਜ਼ ਜਿਹੜੇ ਹੈ ਇਹ ਡੋਨੇਟ ਕਰ ਸਕਦੇ ਹੋ। ਇਹ ਕੁਛ ਖਾਣਾ ਪੀਣਾ ਹੋਵੇ ਜਿਹੜਾ ਕਿ ਬੰਦ ਡੱਬਿਆਂ ਦੇ ਵਿੱਚ ਹੁੰਦਾ, ਉਹ ਤੁਸੀਂ ਡੋਨੇਟ ਕਰ ਸਕਦੇ ਹੋ, ਜਾਂ ਜਿਹੜੇ ਟੋਇਜ਼ ਆ ਉਹ ਡੋਨੇਟ ਕਰ ਸਕਦੇ ਹੋ। ਸੋ ਦਿਲਾਵਰੀ ਦੀ ਕਿਸੇ ਵੀ ਡੀਲਰਸ਼ਿਪ 'ਤੇ ਜਾ ਕੇ ਤੁਸੀਂ 15 ਤੋਂ ਲੈ ਕੇ 29 ਨਵੰਬਰ ਤੱਕ ਇਹ ਡੋਨੇਸ਼ਨ ਕਰ ਸਕਦੇ ਹੋ।
ਜਿਹੜੀਆਂ ਐਕਸਟ੍ਰੀਮ ਵੈਦਰ ਕੰਡੀਸ਼ਨਸ ਚੱਲ ਰਹੀਆਂ ਇਸ ਵੇਲੇ, ਕਿਉਂਕਿ ਪਿਛਲੇ 2-3 ਦਿਨ ਤੋਂ ਬਰਸਾਤ, ਬਹੁਤ ਭਾਰੀ ਬਰਸਾਤ ਚਾਰੇ ਪਾਸੇ ਹੋ ਰਹੀ ਆ, ਉਹਦੇ ਕਰਕੇ ਐਬਟਸਫੋਰਡ ਏਰੀਏ ਦੇ ਵਿੱਚ ਬੜਾ ਇੱਕ ਕ੍ਰਾਈਸਿਸ ਖੜਾ ਹੋਇਆ ਕਿ ਉੱਥੇ ਫਲੱਡਿੰਗ ਬੜੀ ਹੋ ਰਹੀ ਹੈ ਜੀ। ਰੇਨ ਦੇ ਕਰਕੇ, ਮੀਂਹ ਦੇ ਕਰਕੇ ਉੱਥੇ ਫਲੈਸ਼ ਫਲੱਡਸ ਆਏ ਆ, ਮਡ ਸਲਾਈਡਸ ਹੋਈਆਂ, ਔਰ ਉੱਥੋਂ ਦੀ ਇੱਕ ਕਲੇਬਰਨ ਵਿਲੇਜ ਕਮਿਊਨਿਟੀ ਆ ਜਿਨ੍ਹਾਂ ਦੇ ਰਾਤ ਉੱਥੋਂ ਦਾ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਸੀਂ ਵੇਖ ਰਹੇ ਸੀਗੇ ਕਿ ਪਾਣੀ ਉਹਨਾਂ ਦੀ ਕਮਿਊਨਿਟੀ ਦੇ ਵਿੱਚ, ਕਿਉਂਕਿ ਉਹ ਟਾਊਨ ਹਾਊਸ ਕੰਪਲੈਕਸ ਹੈ ਸ਼ਾਇਦ, ਔਰ ਸੜਕਾਂ ਦੇ ਉੱਤੇ ਪਾਣੀ ਫੁੱਟ 1.5 ਫੁੱਟ ਪਾਣੀ ਤਰਦਾ ਫਿਰਦਾ ਸੀਗਾ। ਅਤੇ ਉੱਥੇ ਹੁਣ ਰੈਸਕਿਊ ਆਪਰੇਸ਼ਨਸ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੇ ਆ। ਲੋ ਹੀਡ ਹਾਈਵੇ ਜਿਹੜਾ ਹੋਪ ਤੋਂ ਲੈ ਕੇ ਐਗਸੀਜ਼ ਦੇ ਵਿੱਚ ਜਿਹੜਾ ਸੀਗਾ, ਉਹਦੇ 'ਤੇ ਬੜੀ ਵੱਡੀ ਮਡ ਸਲਾਈਡਸ ਆਈ ਆ। ਸੋ ਜਿਹੜਾ ਟ੍ਰੈਫਿਕ ਸੀਗਾ ਉਹ ਖੜ੍ਹ ਗਿਆ ਦੋਵੇਂ ਪਾਸੇ, ਜਿਹੜੇ ਸੀਗੇ ਵਿਚਕਾਰ ਮਡ ਸਲਾਈਡ ਹੋ ਗਈ ਔਰ ਦੋਵੇਂ ਪਾਸੇ ਟ੍ਰੈਫਿਕ ਖੜ੍ਹ ਗਿਆ। ਉੱਥੇ ਰੈਸਕਿਊ ਆਪਰੇਸ਼ਨਸ ਚੱਲ ਰਹੇ ਆ। ਸੋ ਜਿਹੜੇ ਐਮਰਜੈਂਸੀ ਵਰਕਰਸ ਨੇ ਇਸ ਵੇਲੇ ਚਿਲੈਵੈਕ, ਮਿਸ਼ਨ, ਐਬਟਸਫੋਰਡ ਏਰੀਏ ਦੇ ਵਿੱਚ, ਉਹਨਾਂ ਨੂੰ ਬਹੁਤ ਬਿਜ਼ੀ ਨੇ ਇਸ ਵੇਲੇ, ਕਿਉਂਕਿ ਉੱਥੇ ਬਹੁਤ ਜ਼ਿਆਦਾ ਰੈਸਕਿਊ ਆਪਰੇਸ਼ਨਸ ਇਸ ਵੇਲੇ ਚੱਲ ਰਹੇ ਆ। ਔਰ ਹੁਣੇ ਜਿਵੇਂ ਸਾਡੇ ਸਹਿਯੋਗੀ ਖਬਰਾਂ ਦੇ ਵਿੱਚ ਵੀ ਤੁਹਾਨੂੰ ਦੱਸ ਕੇ ਗਏ ਆ ਕਿ ਚਿਲੈਵੈਕ ਦੇ ਵਿੱਚ ਜਿਹੜੇ ਸਕੂਲਸ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਅੱਜ ਵਾਸਤੇ, ਔਰ ਇਸ ਤਰੀਕੇ ਦੇ ਨਾਲ ਉੱਥੇ ਬੜੀ ਇੱਕ ਗੰਭੀਰ ਸਥਿਤੀ ਬਣੀ ਹੋਈ ਆ। ਅਲਬਰਟਾ ਦੇ ਵਿੱਚ ਵੀ ਅੱਜ ਐਕਸਪੈਕਟ ਕੀਤਾ ਜਾ ਰਿਹਾ ਵੀ ਉੱਥੇ ਕਾਫੀ ਹੈਵੀ ਸਨੋਫਾਲ ਹੋਏਗੀ, ਔਰ ਹਵਾ ਵੀ ਬੜੀ ਤੇਜ਼ੀ ਦੇ ਨਾਲ ਚੱਲਣ ਦੀ, ਵਿੰਟਰ ਸਟੋਰਮ ਦੀ ਇੱਕ ਵਾਰਨਿੰਗ ਇਸ਼ੂ ਕੀਤੀ ਗਈ ਆ। ਸੋ ਇਹ ਜਿਹੜਾ ਖਰਾਬ ਮੌਸਮ ਹੈ ਸਿਰਫ BC ਦੇ ਹਿੱਸੇ ਹੀ ਨਹੀਂ, ਬਲਕਿ ਅਲਬਰਟਾ ਦੇ ਵਿੱਚ ਵੀ ਕਾਫੀ ਖਰਾਬ ਮੌਸਮ ਜਿਹੜਾ ਉਹ ਐਕਸਪੈਕਟ ਕੀਤਾ ਜਾ ਰਿਹਾ। ਔਰ ਇੱਥੇ ਵੀ BC ਦੇ ਵਿੱਚ ਵੀ ਅੱਜ ਤੁਸੀਂ ਸਵੇਰੇ ਦੇਖਿਆ ਹੋਣਾ ਕਿ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਬਹੁਤ ਚੱਲੀਆਂ ਨੇ। ਸੋ ਇਹ ਜਿਹੜੀ ਕੁਦਰਤ ਦੀ ਕਰੋਪੀ ਹੈ ਇਸ ਵੇਲੇ ਆਈ ਹੋਈ, ਕਿਉਂਕਿ BC ਦੇ ਵਿੱਚ ਅਕਸਰ ਮੀਂਹ ਪੈਂਦਾ, ਕਿਣਮਿਣ ਹੁੰਦੀ ਰਹਿੰਦੀ ਹੈ ਰੋਜ਼, ਪਰ ਇੰਨਾ ਜ਼ੋਰ ਦੇ ਨਾਲ ਇੰਨਾ ਭਾਰੀ ਮੀਂਹ ਘੱਟ ਹੀ ਵੇਖਣ ਨੂੰ ਮਿਲਦਾ। ਸੋ ਇਹ ਜਿਹੜਾ ਵੈਦਰ ਆ ਇਹ ਹਾਲੇ ਕਹਿੰਦੇ ਆ ਅੱਜ ਸ਼ਾਮ ਤੱਕ ਚੱਲਣਾ, ਔਰ ਕੱਲ੍ਹ ਸ਼ਾਇਦ ਇਹਦੇ ਵਿੱਚ ਕੁਛ ਜਾ ਕੇ ਸਾਨੂੰ ਬ੍ਰੇਕ ਮਿਲੇਗਾ। ਹੁਣ ਅਸੀਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ, ਔਰ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਕੇ ਸਾਡੇ ਸਹਿਯੋਗੀ ਜਿਹੜੇ ਭਾਰਤ ਤੋਂ ਨਵਕਿਰਨ ਪੱਤੀ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਪੰਜਾਬ ਦੀ ਖਬਰਸਾਰ ਲਵਾਂਗੇ ਜੀ। ਸਵਾਗਤ ਹੈ ਜੀ ਇੱਕ ਵਾਰ ਫਿਰ ਦ ਹਰਜੀਤ ਗਿੱਲ ਸ਼ੋਅ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸੌਰਭ ਸੰਧੂ, ਔਰ ਹੁਣ ਵਕਤ ਹੋ ਗਿਆ ਹੈ ਭਾਰਤ ਤੋਂ ਖਬਰਸਾਰ ਲੈਣ ਦਾ। ਪੰਜਾਬ ਤੋਂ ਸਾਡੇ ਸਹਿਯੋਗੀ ਸਰਦਾਰ ਨਵਕਿਰਨ ਸਿੰਘ ਪੱਤੀ ਸਾਡੇ ਨਾਲ ਹੁਣ ਇਸ ਵੇਲੇ ਜੁੜ ਚੁੱਕੇ ਆ। ਪੱਤੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ ਸੌਰਭ ਸੰਧੂ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਹਿਬ। ਪੱਤੀ ਜੀ, ਇੱਕ ਜਿਹੜਾ ਲਾਂਘਾ ਹੈ ਆਪਣਾ ਕਰਤਾਰਪੁਰ ਸਾਹਿਬ ਦਾ, ਇਹਦੀ ਫਿਰ ਖੁੱਲਣ ਦੀ ਉਮੀਦ ਹੋ ਗਈ ਹੈ ਜੀ? ਜੀ ਦੇਖੋ ਸੌਰਭ ਜੀ, ਜਿਹੜਾ ਕਰਤਾਰਪੁਰ ਸਾਹਿਬ ਦਾ ਲਾਂਘਾ ਗਾ ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ, ਕਿਉਂਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਦੋਂ ਖੁੱਲਿਆ ਉਸ ਵਕਤ ਵੀ ਚਰਚਾ ਹੋਈ, ਚਾਹੇ ਉਹ ਨਵਜੋਤ ਸਿੱਧੂ ਵੱਲੋਂ ਪਾਈ ਹੋਈ ਜੱਫੀ ਹੋਵੇ, ਚਾਹੇ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਸਮੇਂ ਕ੍ਰੈਡਿਟ ਲੈਣ ਦਾ ਸਵਾਲ ਹੋਵੇ ਕਿ ਕੇਂਦਰ ਸਰਕਾਰ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਕ੍ਰੈਡਿਟ ਨੂੰ ਲੈਣਾ ਚਾਹੁੰਦਾ ਸੀ। ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਆਲੋਚਨਾ ਵੀ ਕਰਦੇ ਰਹੇ, ਉਹ ਕ੍ਰੈਡਿਟ ਲੈਣਾ ਚਾਹੁੰਦੇ ਸੀ। ਉਧਰੋਂ ਨਵਜੋਤ ਸਿੰਘ ਸਿੱਧੂ ਨੂੰ ਜ਼ਾਹਰਾ ਤੌਰ ਦੇ ਉੱਤੇ ਕਾਫੀ ਕ੍ਰੈਡਿਟ ਇਸ ਵਿਸ਼ੇ ਦਾ ਮਿਲਿਆ। ਲੇਕਿਨ ਜਿਉਂ ਹੀ ਕਰੋਨਾ ਦੀ ਮਹਾਮਾਰੀ ਆਈ ਤਾਂ ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਇਹ ਲਾਂਘਾ ਬੰਦ ਕਰ ਦਿੱਤਾ ਗਿਆ। ਹੁਣ 2 ਸਾਲ ਦੇ ਲਗਭਗ ਦਾ ਸਮਾਂ ਹੋਣ ਵਾਲਾ ਗਾ, ਨੇੜੇ ਤੇੜੇ ਲੱਗਿਆ ਸਮਾਂ, ਕਿ ਇਹ ਲਾਂਘਾ ਖੁੱਲਿਆ ਨਹੀਂ ਹੈ ਜੀ। ਅੱਜ ਜਦੋਂ ਕਰੋਨਾ ਦਾ ਪ੍ਰਕੋਪ ਘਟਿਆ ਦੁਨੀਆ ਪੱਧਰ ਦੇ ਉੱਤੇ ਤਾਂ 7 ਸਮੁੰਦਰੋਂ ਪਾਰ ਤਾਂ ਲੋਕ ਆ ਜਾ ਰਹੇ ਨੇ, ਪਰ ਇੱਥੇ ਜਸਟ 4 ਕਿਲੋਮੀਟਰ ਦੇ ਵਕਫੇ ਦੇ ਉੱਤੇ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਸਥਾਨ ਦੇ ਉੱਤੇ ਜਾਣ ਦੇ ਲਈ ਲਾਂਘਾ ਨਹੀਂ ਖੋਲਿਆ ਗਿਆ। ਇਹਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਵੀ ਚਿੱਠੀ ਲਿਖੀ, ਇਹਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਨੇ ਵੀ ਚਿੱਠੀ ਲਿਖੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਇਹ ਮੰਗ ਕੀਤੀ ਕਿ ਲਾਂਘਾ ਖੋਲਿਆ ਜਾਵੇ।
ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਵਿਅਕਤੀਆਂ ਨੇ ਮੰਗ ਕੀਤੀ, ਲੇਕਿਨ ਕੇਂਦਰ ਸਰਕਾਰ ਲਗਾਤਾਰ ਇਹ ਮਸਲਾ ਟਾਲਦੀ ਆ ਰਹੀ ਸੀ। ਔਰ ਹੁਣ ਵੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇੱਕ ਜਥਾ ਜਾਣਾ ਇੱਥੋਂ, ਤਾਂ ਉਸ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਜਾਣ ਦੀ ਅਜੇ ਤੱਕ ਇਜਾਜ਼ਤ ਆ ਜਿਹੜੀ ਉਹ ਨਹੀਂ ਮਿਲੀ, ਔਰ ਉਹ ਹੋਰ ਬਾਰਡਰ ਦੇ ਰਾਹੀਂ ਜਾਣਗੇ, ਜਿਹਦੇ ਤੋਂ ਇਹ ਲੱਗਦਾ ਸੀ ਕਿ ਨਹੀਂ ਖੁੱਲਣਾ। ਪਰ ਸੋਹਰਾਬ ਜੀ ਇਹ 'ਚ ਇੱਕ ਨਵਾਂ ਮੋੜ ਆਇਆ ਕਿ ਪੰਜਾਬ ਭਾਜਪਾ ਜਿਹਨੂੰ ਪਿੰਡਾਂ 'ਚ ਨਹੀਂ ਲੋਕ ਵੜਨ ਦਿੰਦੇ, ਜਿਨ੍ਹਾਂ ਦਾ ਵਿਰੋਧ ਹੁੰਦਾ, ਜਿਹੜੇ ਜੇ ਗੱਡੀ ਲੈ ਕੇ ਲੰਘ ਜਾਣ ਮਗਰ ਕਿਸਾਨਾਂ ਦੇ ਕਾਫਲੇ ਤੁਰ ਪੈਂਦੇ ਨੇ ਵੀ ਘੇਰ ਲੋ ਹੋ ਜਾਂਦੀ ਆ, ਉਹ ਹੁਣ ਇਸ ਵਿਸ਼ੇ ਦੇ ਉੱਤੇ ਕ੍ਰੈਡਿਟ ਲੈਣਾ ਚਾਹੁੰਦੇ ਨੇ। ਅੱਜ ਭਾਜਪਾ ਦਾ ਇੱਕ 11 ਮੈਂਬਰੀ ਵਫਦ, ਜਿਹਦੇ 'ਚ ਤਰੁਣ ਚੁੱਗ, ਜਿਹਦੇ 'ਚ ਹਰਜੀਤ ਗਰੇਵਾਲ, ਜਿਹਦੇ 'ਚ ਇਹਨਾਂ ਦੇ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਅਸ਼ਵਨੀ, ਉਹ ਆ। ਇਸ ਤੋਂ ਇਲਾਵਾ ਦੁਸ਼ਯੰਤ ਗੌਤਮ, ਕੌਮੀ ਸਕੱਤਰ ਇਹਨਾਂ ਨੇ ਨਰਿੰਦਰ ਸਿੰਘ, ਆਰਪੀ ਸਿੰਘ, ਹੋਰ ਕਾਫੀ ਆਗੂ, ਤੇਜਿੰਦਰ ਬੱਗਾ ਵਰਗੇ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਕਿ ਲਾਂਘਾ ਖੋਲਿਆ ਜਾਵੇ, ਇਹ ਦੇਸ਼ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਹੋਰਾਂ ਨੂੰ ਮਿਲੇ ਕਿ ਲਾਂਘਾ ਖੋਲਿਆ ਜਾਵੇ, ਅਮਿਤ ਸ਼ਾਹ ਨੂੰ ਮਿਲਦੇ ਫਿਰਦੇ ਸੀ ਸ਼ਾਮ ਨੂੰ ਕਿ ਲਾਂਘਾ ਖੋਲ ਦਿਓ। ਇਹ ਜਿਹੜਾ ਸਾਰਾ ਕੁਝ ਕਰ ਰਹੇ ਨੇ ਸੋਹਰਾਬ ਜੀ, ਇਹਦੇ ਤੋਂ ਲੱਗਦਾ ਕਿ ਲਾਂਘਾ ਖੋਲਣ ਦੀ ਤਿਆਰੀ ਆ। ਨਹੀਂ ਤਾਂ ਇਹਨਾਂ ਦੀ ਜ਼ਰੂਰਤ ਨਹੀਂ ਹੈ ਕਿ ਜਾ ਕੇ ਪ੍ਰਧਾਨ ਮੰਤਰੀ ਨੂੰ ਕਹਿ ਦੇਣ, ਇਹਨਾਂ ਦੀ ਜ਼ਰੂਰਤ ਨਹੀਂ ਜਾ ਕੇ ਅਮਿਤ ਸ਼ਾਹ ਨੂੰ ਕਹਿ ਦੇਣ ਕਿ ਆਹ ਕੰਮ ਕਰਦੇ। ਫਿਰ ਤਾਂ ਖੇਤੀ ਕਾਨੂੰਨਾਂ ਬਾਰੇ ਵੀ ਕਹਿ ਦੇਣ, ਫਿਰ ਤਾਂ ਘਰ ਦੀ ਗੱਲ ਹੀ ਆ ਵੀ ਖੇਤੀ ਕਾਨੂੰਨ ਵਾਪਸ ਲੈ ਲਓ ਜੀ, ਉਹ ਲੈ ਲੈਣਗੇ। ਸੋ ਇਹਦੇ ਚੋਂ ਲੱਗਦਾ ਗਾ ਕਿ ਇਹ ਕਹਿੰਦੇ ਹੋਣਗੇ ਸਾਨੂੰ ਪੈਰ ਧਰਾ ਕਰੋ ਜੀ, ਤਾਂ ਖੁੱਲਣਾ ਹੀ ਚਾਹੀਦਾ ਵੈਸੇ ਵੀ ਲਾਂਘਾ। ਉਹਦਾ ਕ੍ਰੈਡਿਟ ਇਹਨਾਂ ਨੂੰ ਮਿਲਣ ਦਾ ਤਾਂ ਮਤਲਬ ਹੀ ਨਹੀਂ ਹੈ, ਉਹ ਤਾਂ ਵੈਸੇ ਹੀ ਖੁੱਲਣਾ ਚਾਹੀਦਾ ਲਾਂਘਾ, ਸਿੱਖਾਂ ਦੀ ਮੰਗ ਆ। ਔਰ ਇੱਥੋਂ ਦੀ ਨਾ ਸੋਹਰਾਬ ਜੀ ਇੱਕ ਹੋਰ ਵੀ ਮਸਲਾ, ਜਿੱਦਾਂ ਇਹ ਲਾਂਘਾ ਖੁੱਲਿਆ ਸੀ 2 ਸਾਲ ਪਹਿਲਾਂ, ਉਦੋਂ ਵੀ ਇਹ ਸੀ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰ ਵਾਲੇ ਪਾਸੇ ਨੂੰ ਕੰਮ ਵਧੂਗਾ ਪਾਕਿਸਤਾਨ ਦੇ ਨਾਲ। ਇਹ ਇੱਕ ਸ਼ੁਭ ਸੰਕੇਤ ਆ ਜਿਹੜਾ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ ਹੋਇਆ ਕਿ ਆਉਣ ਵਾਲੇ ਦਿਨਾਂ 'ਚ ਦੋਸਤੀ ਵਧੂ। ਹੁਣ ਵੀ ਬਾਇਆ ਅਫਗਾਨਿਸਤਾਨ ਆ ਜਿਹੜਾ, ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਬਹੁਤ ਵਪਾਰ ਹੋਣਾ ਸ਼ੁਰੂ ਹੋ ਗਿਆ। ਭਾਰਤ ਬਹੁਤ ਚੀਜ਼ਾਂ ਬਰਾਮਦ ਕਰ ਰਿਹਾ ਹੈ, ਔਰ ਕਣਕ ਭੇਜਣੀ ਹੈ ਭਾਰਤ ਨੇ ਅਫਗਾਨਿਸਤਾਨ ਨੂੰ, ਬਾਇਆ ਪਾਕਿਸਤਾਨ ਜਾਊਗੀ। ਸੋ ਆਸ ਉਮੀਦ ਕਰਦੇ ਹਾਂ ਚੰਗਾ ਰਾਹ ਖੁੱਲੇ ਜੀ। ਅੱਛਾ ਪਤੀ ਜੀ, ਇੱਕ ਜਿਹੜੀ ਖਬਰ ਪਿਛਲੇ ਹਫਤੇ ਬੜੀ ਚੱਲੀ ਸੀਗੀ, ਖਹਿਰਾ ਸਾਹਿਬ ਜਿਹੜੇ ਸੁਖਪਾਲ ਸਿੰਘ ਖਹਿਰਾ ਨੇ, ਇਹਨਾਂ ਦਾ ਈਡੀ ਨੇ ਰਿਮਾਂਡ ਲੈ ਲਿਆ ਸੀਗਾ। ਹੁਣ ਇੱਕ ਤਾਂ ਤੁਸੀਂ ਇਹਦੀ ਡੀਟੇਲ ਦੇ ਵਿੱਚ ਤਾਂ ਜਾਇਓ, ਇੱਕ ਬੜੇ ਲੋਕ ਅਕਸਰ ਪੁੱਛ ਲੈਂਦੇ ਆ ਕਿ ਭਾਈ ਈਡੀ ਦਾ ਰਿਮਾਂਡ ਦਾ ਕੀ ਮਤਲਬ ਹੈ, ਵੀ ਕਿਹੜੇ ਕੇਸ ਦੇ ਵਿੱਚ ਇਹਨਾਂ ਨੂੰ ਫੜਿਆ ਨੇ, ਇਹਦੀ ਥੋੜੀ ਜਿਹੀ ਡੀਟੇਲ ਵੀ ਦੱਸੋ ਵੀ ਕੀ ਚੱਕਰ ਕੀ ਆ, ਵੀ ਈਡੀ ਨੇ ਇਹਨਾਂ ਨੂੰ ਕਿਉਂ ਇਹਨਾਂ ਦਾ ਰਿਮਾਂਡ ਲਿਆ ਹੋਇਆ। ਜੀ ਦੇਖੋ ਸੋਹਰਾਬ ਜੀ, ਇਹ ਜਿਹੜਾ ਮਸਲਾ ਨਾ, ਇਹ ਮਨੀ ਲਾਂਡਰਿੰਗ ਦਾ ਮਸਲਾ ਹੈ। ਇਹ ਪਤਾ ਲੱਗਿਆਗਾ ਕਿ ਇੱਕ ਡਰੱਗਸ ਦਾ ਕੇਸ ਚੱਲਦਾ ਸੀ ਪਹਿਲਾਂ, ਉਹ ਕੇਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਬਾਅਦ ਦੇ ਵਿੱਚ ਜਿਹੜਾ ਈਡੀ ਨੇ ਉਹ ਨਾਮਜ਼ਦ ਕੀਤਾ, ਔਰ ਉਹ ਮਸਲੇ ਦੀ ਜਾਂਚ ਚੱਲ ਰਹੀ ਸੀ। ਇਸੇ ਦੌਰਾਨ ਜਿਹੜਾ ਮਨੀ ਲਾਂਡਰਿੰਗ ਦਾ ਮਸਲਾ ਗਾ, ਉਹ ਚੱਲਿਆ ਸੁਖਪਾਲ ਖਹਿਰਾ ਹੋਰਾਂ ਦੇ ਮਸਲੇ ਦੇ ਉੱਤੇ। ਕਿਹਾ ਇਹ ਜਾਂਦਾਗਾ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਲੀਡਰ ਸੀ, ਉਦੋਂ ਉਹਨਾਂ ਨੇ ਅਮਰੀਕਾ ਦਾ ਦੌਰਾ ਕੀਤਾ। 2016 ਦੀ ਗੱਲ ਹੈ ਇਹ, ਅਪ੍ਰੈਲ ਮਈ 2016 ਦੀ ਗੱਲ ਦੱਸੀ ਜਾਂਦੀ ਆ। ਔਰ ਅਮਰੀਕਾ ਫੇਰੀ ਦੇ ਦੌਰਾਨ ਬਹੁਤ ਸਾਰੀਆਂ ਇਹ ਚਰਚਾਵਾਂ ਚੱਲਦੀਆਂ ਨੇ ਕਿ $1 ਲੱਖ ਤੋਂ ਵੱਧ ਪੈਸਾ ਜਿਹੜਾ ਉੱਥੇ ਇਕੱਠਾ ਹੋਇਆ, ਔਰ ਉਹ ਪੈਸਾ ਉੱਥੋਂ ਕਿਵੇਂ ਇੰਡੀਆ ਆਇਆ, ਉਹ ਮਨੀ ਲਾਂਡਰਿੰਗ ਦਾ ਮਸਲਾ ਜਿਹੜਾ ਉਹ ਈਡੀ ਦੱਸ ਰਹੀ ਆ। ਔਰ ਉਹ ਕਹਿੰਦੇ ਇੱਥੇ ਆਇਆ, ਆ ਕੇ ਇੱਥੇ ਮਤਲਬ ਉਹ ਪੈਸਾ ਕਿੱਥੇ ਲੱਗਿਆ, ਕਿਵੇਂ ਲੱਗਿਆ, ਇਹਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਨੇ। ਹੁਣ ਇਹਨੂੰ ਲੈ ਕੇ ਗੱਲ ਇਹ ਚੱਲਦੀ ਹੈ, ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਬੇਟੇ ਦਾ ਕਹਿਣਾ, ਸੁਖਪਾਲ ਖਹਿਰਾ ਦਾ ਕਹਿਣਾ ਕਿ ਉਹਨਾਂ ਨੇ 3 ਕਰੋੜ ਦੇ ਲਗਭਗ ਲੋਨ ਲਿਆ ਹੋਇਆ ਸਰਕਾਰ ਤੋਂ, ਲਿਮਿਟ ਲਈ ਹੋਈ ਆ। ਉਹਨਾਂ ਕੋਲੇ ਕੋਈ ਏਦਾਂ ਦੀ ਪ੍ਰਾਪਰਟੀ ਨਹੀਂ ਖਰੀਦੀ, ਕੋਈ ਏਦਾਂ ਦਾ ਪੈਸਾ ਨਹੀਂ ਹੈ। ਉਹਨਾਂ ਨੂੰ ਵਿਰੋਧੀ ਹੋਣ ਕਰਕੇ ਇਸ ਕੇਸ ਦੇ ਵਿੱਚ ਫਸਾਇਆ ਜਾ ਰਿਹਾ। ਹੁਣ ਸਵਾਲ ਆਮ ਆਦਮੀ ਪਾਰਟੀ ਦੇ ਉੱਤੇ ਵੀ ਖੜੇ ਹੁੰਦੇ ਨੇ ਵੀ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਉਹ ਫੰਡ ਉਦੋਂ ਆਮ ਆਦਮੀ ਪਾਰਟੀ ਦੇ ਲਈ ਅਮਰੀਕਾ ਤੋਂ ਆਇਆ ਸੀਗਾ, ਔਰ ਹੁਣ ਇਹ ਕਿਹਾ ਜਾਂਦਾ ਕਿ ਨਹੀਂ ਜੀ ਇਹ ਫੰਡ ਹੈਗਾ ਜਿਹੜਾ ਉਹ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨਹੀਂ ਜੀ ਅਸੀਂ ਨਹੀਂ ਕੀਤਾ। ਸੋ ਮਸਲਾ ਕੁਛ ਵੀ ਹੋਵੇ, ਲੇਕਿਨ ਸਵਾਲ ਇਹ ਖੜਾ ਹੋ ਗਿਆ ਕਿ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਹੋਈ ਕਿਉਂ। ਸੁਖਪਾਲ ਸਿੰਘ ਖਹਿਰਾ ਜੇ ਭਾਜਪਾ ਦੇ ਨਾਲ ਰਲਿਆ ਰਹਿੰਦਾ, ਜੇ ਕੈਪਟਨ ਅਮਰਿੰਦਰ ਸਿੰਘ ਨਾਲ ਰਲਿਆ ਰਹਿੰਦਾ, ਫਿਰ ਉਹਦੀ ਗ੍ਰਿਫਤਾਰੀ ਨਹੀਂ ਸੀ ਹੁੰਦੀ। ਕਿਉਂਕਿ ਫਿਰ ਤਾਂ ਜਿਹੜੇ ਲੋਕ ਏਦਾਂ ਦੇ ਬਿਆਨ ਵੀ ਦੇ ਰਹੇ ਨੇ ਬੇਤੁਕੇ, ਚਾਹੇ ਉਹ ਕੰਗਨਾ ਰਣੌਤ ਵਰਗੇ ਹੋਣ, ਜਿਹੜੇ ਭਾਜਪਾ ਦੀ ਹਮਾਇਤ ਕਰਦੇ ਨੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਖਹਿਰਾ ਤੇ ਕਾਰਵਾਈ ਦਾ ਇੱਕੋ ਇੱਕ ਕਾਰਨ ਆ ਕਿ ਖਹਿਰਾ ਬੋਲਦਾ, ਖਹਿਰਾ ਸਵਾਲ ਉਠਾਉਂਦਾ ਭਾਜਪਾ ਦੀਆਂ ਨੀਤੀਆਂ ਖਿਲਾਫ। ਇਸ ਕਰਕੇ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਕਾਰਵਾਈ ਆ ਜਿਹੜੀ ਇਹ ਹੋਈ ਆ। ਇਹਦੇ ਖਿਲਾਫ ਉਹਨਾਂ ਦੇ ਪਿੰਡ ਰਾਮਗੜ੍ਹ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ। ਸੁਖਪਾਲ ਸਿੰਘ ਖਹਿਰਾ ਦਾ ਪੁੱਤਰ ਜਿਹੜਾ ਵਕੀਲ ਵੀ ਹੈ ਮਹਿਤਾਬ ਸਿੰਘ ਖਹਿਰਾ, ਉਹ ਲਗਾਤਾਰ ਇਸ ਮਸਲੇ ਦੇ ਉੱਤੇ ਹੁਣ ਸਰਗਰਮੀ ਵਿੱਢੀ ਹੋਈ ਆ। ਉਹਨੇ ਰਾਮਗੜ੍ਹ ਤੋਂ ਲੈ ਕੇ
ਪੂਰੇ ਕਪੂਰਥਲਾ ਏਰੀਆ, ਚੰਡੀਗੜ੍ਹ ਤੱਕ ਸਰਗਰਮੀ ਕਰ ਰਿਹਾ। ਖਹਿਰਾ ਹੋਰਾਂ ਨੂੰ ਈਡੀ ਨੇ ਰਿਮਾਂਡ ਲਿਆ ਕਿ ਅਸੀਂ ਪੁੱਛਗਿੱਛ ਕਰਨੀ ਹੈ, ਇਹਨੂੰ ਦਿੱਲੀ ਲੈ ਕੇ ਜਾਣਾ, ਸੀ ਹੋਰ ਜਾਂਚ ਕਰਨੀ ਆ। ਉਸ ਦੇ ਦੌਰਾਨ ਸੋਹਰਾਬ ਜੀ ਗੱਲ ਕੀ ਹੋਈ ਕਿ ਖਹਿਰਾ ਹੋਰਾਂ ਦੇ ਕੜਾ ਪਾਇਆ ਹੋਇਆਗਾ, ਔਰ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਦਾ ਕਹਿਣਾ ਹੈ ਕਿ ਕੜਾ ਲਹਾਇਆ ਗਿਆ, ਯਾਨੀ ਕਿ ਉਹਨਾਂ ਦੀ ਜਿਹੜੀ ਸਿੱਖ ਧਰਮ ਪ੍ਰਤੀ ਆਸਥਾ, ਸ਼ਰਧਾ, ਉਹਦੇ ਖਿਲਾਫ ਜਿਹੜੇ ਨੇ ਪੁਲਿਸ ਅਫਸਰ, ਚਾਹੇ ਉਹ ਈਡੀ ਦੇ ਅਫਸਰ ਹੋਣ ਜਾਂ ਚੰਡੀਗੜ੍ਹ ਪੁਲਿਸ ਦੇ ਅਫਸਰ ਹੋਣ, ਉਹ ਲਗਾਤਾਰ ਕਾਰਵਾਈ ਕਰ ਰਹੇ ਨੇ। ਔਰ ਸੁਖਪਾਲ ਸਿੰਘ ਖਹਿਰਾ ਨੂੰ ਉਹ ਕਹਿੰਦੇ ਦਿਨੇ ਸਾਰਾ ਦਿਨ ਈਡੀ ਵਾਲੇ ਸਵਾਲ ਪੁੱਛਦੇ ਨੇ, ਸ਼ਾਮ ਨੂੰ ਜਿਹੜਾ ਚੰਡੀਗੜ੍ਹ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾਗਾ, ਔਰ ਉਹਨਾਂ ਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾਂਦਾ, ਜਿਸ ਕਰਕੇ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੈ। ਲੇਕਿਨ ਪੰਜਾਬ ਦੇ ਰਾਜਨੀਤਿਕ ਆਗੂਆਂ ਦੀ ਚੁੱਪੀ, ਖਾਸ ਕਰਕੇ ਕਾਂਗਰਸ ਦੇ ਲੀਡਰ ਬੋਲੇ ਹੀ ਨਹੀਂ। ਮੈਂ ਤਾਂ ਨਵਜੋਤ ਸਿੱਧੂ ਨਹੀਂ ਸੁਣਿਆ, ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਖਹਿਰਾ ਪਾਰਟੀ 'ਚ ਕਿ ਉਹ ਬੋਲੇ, ਔਰ ਆਮ ਆਦਮੀ ਪਾਰਟੀ ਬਹੁਤ ਘੱਟ ਬੋਲਦੇ ਨੇ, ਤੇ ਖੇਤਰੀ ਪਾਰਟੀ ਅਕਾਲੀ ਦਲ ਉਹ ਨਹੀਂ ਬੋਲਿਆ। ਸੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ। ਪੰਜਾਬ ਦੇ ਇੱਕ ਸਾਬਕਾ ਵਿਧਾਇਕ ਜਿਹੜਾ 20 ਦਿਨ ਪਹਿਲਾਂ ਤੱਕ ਉਸ ਵਿਧਾਨ ਸਭਾ ਦਾ ਹਿੱਸਾ ਸੀ, ਉਹਨੂੰ ਈਡੀ ਚੱਕਦੀ ਆ, ਚੱਕ ਕੇ ਉਹਦੇ ਪੁੱਛਗਿੱਛ ਸ਼ੁਰੂ ਕਰਦੀ ਆ, ਉਹਨੂੰ ਕੇਸ ਦੇ ਵਿੱਚ ਰਿਮਾਂਡ ਲੈਂਦੀ ਆ, ਲੇਕਿਨ ਇਹ ਸਾਰੇ ਚੁੱਪ ਨੇ। ਸੋ ਇਹ ਬਹੁਤ ਸਾਰੇ ਸਵਾਲ ਖੜੇ ਕਰ ਜੀ। ਅੱਛਾ ਨਵਕਿਰਨ ਪੱਤੀ ਜੀ, ਆਪਾਂ ਖਬਰਾਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਹ ਫਿਲਹਾਲ ਇੱਥੇ ਸਾਡੀ ਖਬਰਾਂ ਦੇ ਸੈਗਮੈਂਟ ਦਾ ਜਿਹੜਾ ਆ ਉਹ ਸਮਾਂ ਹੋ ਗਿਆ, ਸੋ ਥੋੜ੍ਹਾ ਜਿਹੇ ਸਮੇਂ ਤੋਂ ਬਾਅਦ ਅਸੀਂ ਤੁਹਾਡੇ ਨਾਲ ਇਹ ਗੱਲਬਾਤ ਫਿਰ ਕੰਟੀਨਿਊ ਕਰਦੇ ਹਾਂ ਜੀ। ਇੱਕ ਵਾਰ ਫਿਰ ਸਵਾਗਤ ਹੈ ਜੀ ਦ ਹਰਜੀਤ ਗਿੱਲ ਸ਼ੋਅ ਦੇ ਵਿੱਚ, ਔਰ ਮੈਂ ਤੁਹਾਡਾ ਮੇਜ਼ਬਾਨ ਸੋਹਰਾਬ ਸੰਧੂ। ਅਸੀਂ ਗੱਲਬਾਤ ਕਰ ਰਹੇ ਹਾਂ ਨਵਕਿਰਨ ਪੱਤੀ ਜੀ ਦੇ ਨਾਲ, ਭਾਰਤ ਦੀ ਖਬਰਸਾਰ ਲੈ ਰਹੇ ਹਾਂ। ਪੱਤੀ ਸਾਹਿਬ, ਇੱਕ ਵਾਰ ਫਿਰ ਪ੍ਰੋਗਰਾਮ ਦਾ ਵਿੱਚ ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ ਜੀ, ਸ਼ੁਕਰੀਆ ਸੋਹਰਾਬ ਸੰਧੂ ਜੀ, ਬਹੁਤ ਬਹੁਤ ਧੰਨਵਾਦ। ਅੱਛਾ ਪੱਤੀ ਜੀ, ਜਦੋਂ ਦੀਵਾਲੀ ਦੇ ਨੇੜੇ ਤੇੜੇ ਜਾ ਕੇ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੋ ਜਾਂਦਾ ਸੀ, ਐਂ ਲੱਗਦਾ ਹੁੰਦਾ ਸੀ ਵੀ ਲੈ ਪਰਲੋ ਆ ਗਈ, ਧੂੰਆਂ ਹੀ ਧੂੰਆਂ ਚਾਰੋਂ ਪਾਸੇ ਜਿੱਥੇ ਤੁਸੀਂ ਦੇਖੋ। ਅਤੇ ਜਿਹੜੀਆਂ ਉੱਥੋਂ ਦੇ ਸਰਕਾਰਾਂ ਸੀਗੀਆਂ, ਜਿਹੜੇ ਉੱਥੋਂ ਦੇ ਪੋਲੀਟੀਸ਼ੀਅਨ ਸੀਗੇ, ਸਾਰੇ ਉਂਗਲਾਂ ਕਰ ਲੈਂਦੇ ਸੀ ਪੰਜਾਬ ਹਰਿਆਣੇ ਵੱਲ ਕਿ ਜੀ ਝੋਨੇ ਦੇ ਜਿਹੜੇ ਵਾਢੇ ਆ ਉਹਨਾਂ ਨੂੰ ਅੱਗ ਲਾਈ ਹੈ ਇਹਨਾਂ ਨੇ, ਉਹਦੇ ਕਰਕੇ ਧੂੰਆਂ ਹੋ ਗਿਆ ਅਤੇ ਸਾਡਾ ਦੇਖੋ ਜੀ ਜੀਣਾ ਇਹਨਾਂ ਨੇ ਹਰਾਮ ਕਰਤਾ। ਹੁਣ ਤੁਸੀਂ ਉੱਥੇ ਜਦੋਂ ਹੁਣ ਕੱਲ੍ਹ ਕਿ ਪਰਸੋਂ ਜਦੋਂ ਕੋਰਟ ਦੇ ਵਿੱਚ ਸੈਂਟਰ ਦੀ ਸਰਕਾਰ ਗਈ ਹੈ, ਉਹਨਾਂ ਨੇ ਬਿਲਕੁਲ ਹੀ ਉਹਦੇ ਉਲਟ ਬਿਆਨ ਦੇ ਦਿੱਤਾ। ਹੁਣ ਕੀ ਇਹਨਾਂ ਨੇ ਉੱਥੇ ਕੋਰਟ ਦੇ ਵਿੱਚ ਕੀ ਕਿਹਾ ਜੀ ਸੈਂਟਰ ਨੇ? ਜੀ ਜੀ, ਬਾਕੀ ਸੋਹਰਾਬ ਸੰਧੂ ਜੀ, ਨਾ ਪ੍ਰਦੂਸ਼ਣ ਦਾ ਮਸਲਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਚਰਚਾ ਦਾ ਵਿਸ਼ਾ ਹੈ। ਵਾਤਾਵਰਨ ਜਾਂ ਜਲਵਾਯੂ ਤਬਦੀਲੀ ਦੇ ਮੁੱਦੇ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਵਿੱਚ ਇੱਕ ਕਾਨਫਰੰਸ ਹੋਈ ਹੈ 31 ਅਕਤੂਬਰ ਤੋਂ 12 ਨਵੰਬਰ ਤੱਕ, ਥੋੜੇ ਦਿਨ ਹੀ ਹੋਏ ਆ। ਔਰ ਉਹ ਇੰਟਰਨੈਸ਼ਨਲ ਲੈਵਲ ਦੀ ਜਿਹੜੀ ਕਾਨਫਰੰਸ ਹੋਈ ਹੈਗੀ ਸਕਾਟਲੈਂਡ ਦੇ ਵਿੱਚ, ਉੱਥੇ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨੇ, ਜਿਨ੍ਹਾਂ ਨੂੰ ਗ੍ਰੀਨ ਹਾਊਸ ਇਫੈਕਟ ਆਪਾਂ ਪੜ੍ਹਨ ਵੇਲੇ ਕਹਿੰਦੇ ਆ, ਕੋਲ ਆਧਾਰਿਤ ਸੰਸਥਾ ਨੇ, ਉਹਨਾਂ ਦੇ ਵਿਸ਼ੇ ਦੇ ਉੱਤੇ ਬਹੁਤ ਚਰਚਾ ਹੋਈ ਆ। ਔਰ ਸਵੀਡਨ ਦੀ 16 ਸਾਲਾ ਲੜਕੀ ਜਿਹੜੀ ਗ੍ਰੇਟਾ ਥੁਨਬਰਗ, ਜਿਹੜੀ ਬਹੁਤ ਚਰਚਾ ਦਾ ਵਿਸ਼ਾ ਬਣੀ ਸੀ ਕਿਸਾਨ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਦੇ ਉੱਤੇ, ਔਰ ਉਹਨਾਂ ਨੇ ਵੀ ਇਹ ਮਸਲੇ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਉਠਾਇਆ। ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਇਹ ਜਿਹੜਾ ਮਸਲਾ ਹੈਗਾ ਉਹ ਬਣਿਆ ਹੋਇਆ। ਲੇਕਿਨ ਜਦੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੁਝ ਨਹੀਂ ਹੋ ਰਿਹਾ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਇਸ ਵਿਸ਼ੇ ਦੇ ਉੱਤੇ ਚੁੱਪ ਕਰ ਗਏ, ਸਗੋਂ ਦੀ ਫੰਡਿੰਗ ਬੰਦ ਕਰਤੀ ਉਹਨਾਂ ਨੇ ਬਹੁਤ ਸਾਰੀਆਂ ਮਸਲਿਆਂ ਦੇ ਵਿੱਚ ਪੋਲਿਊਸ਼ਨ ਨਾਲ ਜੁੜ ਕੇ। ਪਰ ਇਸ ਮਸਲੇ ਦੇ ਉੱਤੇ ਜਦੋਂ ਦਿੱਲੀ 'ਚ ਥੋੜਾ ਜਿਹਾ ਧੂੰਆਂ ਹੁੰਦਾ ਤਾਂ ਕਹਿੰਦੇ ਆ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਆ। ਤਾਂ ਅਰਵਿੰਦ ਕੇਜਰੀਵਾਲ ਹੁਣ ਤਾਂ ਪੰਜਾਬ 'ਚ ਵੋਟਾਂ ਲੈਣ ਵੀ ਆਉਂਦੇ ਨੇ, ਇਹਨਾਂ ਨੂੰ ਬਹੁਤ ਛੇਤੀ ਜਿਹੜਾ ਪੰਜਾਬ ਵਾਲੇ ਧੂਏ ਤੋਂ ਸਮੱਸਿਆ ਖੜੀ ਹੋ ਜਾਂਦੀ ਆ। ਸੋ ਕਿਸਾਨ ਦੇ ਉੱਤੇ ਆ ਕੇ ਇਹ ਸਥਿਤੀ ਨੂੰ ਜਿਹੜਾ ਉਹ ਝਾੜ ਦਿੱਤਾ ਜਾਂਦਾ ਸੀ। ਹੁਣ ਪਿਛਲੇ ਦਿਨਾਂ ਤੱਕ ਕੇਂਦਰ ਸਰਕਾਰ, ਦਿੱਲੀ ਦੀ ਸਰਕਾਰ, ਬਹੁਤ ਸਾਰੇ ਆਪੇ ਬਣੇ ਬੁੱਧੀਜੀਵੀ, ਬਹੁਤ ਸਾਰੇ ਟਿੱਪਣੀਕਾਰ, ਉਹ ਇਹੀ ਕਹਿੰਦੇ ਸੀ ਵੀ ਪੰਜਾਬ ਤੇ ਹਰਿਆਣਾ ਦੇ ਕਿਸਾਨ ਜ਼ਿੰਮੇਵਾਰ ਨੇ। ਮਸਲਾ ਐਤਕੀ ਸੁਪਰੀਮ ਕੋਰਟ ਗਿਆ, ਔਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਵੀ ਹਲਫਨਾਮਾ ਦਾਇਰ ਕਰੋ, ਇਹਦੇ ਲਈ ਜ਼ਿੰਮੇਵਾਰ ਕੌਣ ਹੈ। ਦਿੱਲੀ ਵਾਲਿਆਂ ਨੇ ਕਰਤਾ, ਕਹਿੰਦੇ ਜੀ ਕਿਸਾਨਾਂ ਨੂੰ ਪਰਾਲੀ ਦਾ ਹੱਲ ਨਹੀਂ ਕੀਤਾ ਜਾਂਦਾ, ਜਿਸ ਕਰਕੇ ਮਸਲਾ। ਲੇਕਿਨ ਕੇਂਦਰ ਸਰਕਾਰ ਦਾ ਜਿਹੜਾ ਸਰਕਾਰੀ ਵਕੀਲ ਹੈ ਤੁਸ਼ਾਰ ਮਹਿਤਾ, ਸੋਲਿਸਿਟਰ ਜਨਰਲ, ਉਹਨੇ ਕਿਹਾ ਸੁਪਰੀਮ ਕੋਰਟ ਦੇ ਵਿੱਚ ਕਿ ਧੂੜ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ਔਰ ਇਹਨੂੰ ਹੱਲ ਕੀਤਾ ਜਾਵੇ। ਉਹਨੇ ਕਿਹਾ ਕਿਸਾਨ ਨੇ ਜਿਹੜੇ ਉਹ ਤਾਂ ਪ੍ਰਦੂਸ਼ਣ ਦਾ ਟੋਟਲ ਦਾ ਮਹਿਜ 10% ਜ਼ਿੰਮੇਵਾਰ ਨੇ। ਉਹ 10% ਚੋਂ ਵੀ ਗਾਹਾਂ ਜੇ ਸੋਹਰਾਬ ਸੰਧੂ ਜੀ ਆਪਾਂ ਇਹਨੂੰ ਅੱਗੇ ਅੰਕੜਿਆਂ ਸਮੇਤ ਦੇਖੀਏ ਤਾਂ ਗਰਮੀਆਂ 'ਚ, ਸਿਆਲਾਂ 'ਚ, ਕਿਹੜੇ ਮਹੀਨਿਆਂ ਦੇ ਵਿੱਚ, ਕਈ ਮਹੀਨਿਆਂ 'ਚ ਤਾਂ 4% ਪੋਲਿਊਸ਼ਨ ਹੁੰਦਾ ਸਿਰਫ ਜਿਹੜਾ
ਕਿਸਾਨਾਂ ਦੇ ਵੱਲੋਂ ਪਰਾਲੀ ਜਿਹਨੂੰ ਰਹਿੰਦ ਖੂੰਹਦ ਕਿਹਾ ਜਾਂਦਾ ਫਸਲਾਂ ਦੀ, ਉਹਦੇ ਨਾਲ ਫੈਲਦਾ ਹੈ। ਤਾਂ ਹੁਣ 10% ਵਾਲੇ ਦੇ ਉੱਤੇ ਤਾਂ ਸਾਰੀ ਦੁਨੀਆ 'ਚ ਚਰਚਾ ਚਲਾਤੀ ਵੀ ਉਹ ਜ਼ਿੰਮੇਵਾਰ ਆ ਜੀ, ਉਹ ਹੱਲਾ ਮਚਾਤਾ ਉਹਨਾਂ ਤੇ। ਜਿਹੜੇ 90% ਧੂੰਆਂ ਕਿੱਥੋਂ ਆਉਂਦਾ ਹੈ ਉਹਦੇ ਤੇ ਕੋਈ ਨਹੀਂ ਬੋਲਦਾ। ਬੇਲੋੜੇ ਵਹੀਕਲ ਔਰ ਫੈਕਟਰੀਆਂ ਦਾ ਜ਼ਹਿਰੀਲਾ ਧੂੰਆਂ, ਲੁਧਿਆਣਾ ਸ਼ਹਿਰ ਦੇ ਵਿੱਚ ਆਪਾਂ ਖੜ ਜਾਈਏ, ਦਿੱਲੀ ਤਾਂ ਹਜੇ ਉਦੋਂ ਬਹੁਤ ਬੁਰਾ ਹਾਲ ਹੈ। ਫੈਕਟਰੀਆਂ ਇੰਨੀਆਂ ਨੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਕਿ ਆਪਣੇ ਸਰੀਰ ਦੇ ਉੱਤੇ ਧੂੰਆਂ ਜੰਮ ਜਾਂਦਾ ਹੈ, ਕਾਲਸ ਜੰਮ ਜਾਂਦੀ ਹੈ। ਦਿੱਲੀ 'ਚ ਤਾਂ ਬਹੁਤ ਬੁਰਾ ਹਾਲ ਆ। ਉਧਰਲੇ ਪਾਸੇ ਨੂੰ ਸਰਕਾਰ ਸੋਚਦੀ ਨਹੀਂ। ਪਬਲਿਕ ਟਰਾਂਸਪੋਰਟ ਦੇ ਉੱਤੇ ਚੜ੍ਹਨਾ ਅਸੀਂ ਉਹਦਾ ਸਟੇਟਸ ਸਿੰਬਲ ਡਾਊਨ ਹੋਣਾ ਸਮਝਦੇ ਹਾਂ। ਮਾੜਾ ਜਿਹਾ ਜਾਣਾ, ਅਸੀਂ ਕੱਲਾ ਜਾਣਾ ਗੱਡੀ ਚੱਕੀ ਫਿਰਦਾ ਦਿੱਲੀ ਵਰਗੇ ਸ਼ਹਿਰ ਦੇ ਵਿੱਚ। ਇਲੈਕਟ੍ਰੋਨਿਕ ਵਹੀਕਲ ਚੀਨ 'ਚ ਵੱਧ ਗਏ, ਲੇਕਿਨ ਸਾਡੇ ਭਾਰਤ ਦੇ ਵਿੱਚ ਦਿੱਲੀ 'ਚ ਵਧੇ ਨਹੀਂ। ਸਰਕਾਰ ਜ਼ਿੰਮੇਵਾਰ ਆ ਉਹਦੇ ਲਈ, ਔਰ ਸਰਕਾਰਾਂ ਇਸ ਪਾਸੇ ਤਾਂ ਸੋਚਦੀਆਂ ਨਹੀਂ ਕਾਰਨ ਕੀ ਨੇ, ਲੇਕਿਨ ਕਿਸਾਨਾਂ ਨੂੰ ਜ਼ਿੰਮੇਵਾਰ ਆ ਜਿਹੜਾ ਉਹ ਟੈਕ ਲਿਆ ਜਾਂਦਾ। ਔਰ ਹੁਣ ਇਸ ਵਿਸ਼ੇ ਦੇ ਉੱਤੇ 17 ਨਵੰਬਰ ਨੂੰ ਫੇਰ ਸੁਣਵਾਈ ਹੈ, ਔਰ ਕੇਂਦਰ ਸਰਕਾਰ ਨੇ ਜਿਹੜਾ ਕਿਹਾਗਾ ਕਿ ਪਰਾਲੀ ਸਾੜਨ ਦੇ ਨਾਲ ਦਿੱਲੀ ਦੇ ਵਿੱਚ ਮਹਿਜ ਇਹਨਾਂ ਦਿਨਾਂ 'ਚ 10% ਪੋਲਿਊਸ਼ਨ ਹੁੰਦਾ ਹੈ। 75% ਜਿਹੜਾ ਪੋਲਿਊਸ਼ਨ ਹੈ ਉਹਦਾ ਕਾਰਨ ਉਹ ਕਹਿੰਦੇ ਇੰਡਸਟਰੀ ਹੈ, ਧੂੜ ਹੈ, ਵਹੀਕਲ ਨੇ, ਟਰਾਂਸਪੋਰਟ ਹੈ। ਇਹ ਜਿਹੜਾ ਕਾਰਨ ਹੈ ਕਿ 75, ਤੋਂ ਸਰਕਾਰ ਇਹਦੇ ਤੇ ਜਾਵੇ। ਕਿਸਾਨ ਤਾਂ ਸੁਹਰਾਬ ਜੀ ਇਹ ਪਹਿਲਾਂ ਹੀ ਕਹਿ ਰਹੇ ਨੇ, ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਕਿਸਾਨਾਂ ਨੇ ਉਹਦਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ, ਔਰ ਉੱਥੇ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਵੀ ਅਸੀਂ ਨਹੀਂ ਕਾਰਨ। ਜਿਹੜਾ 70% ਪੋਲਿਊਸ਼ਨ ਆ ਜਿਹੜਾ ਉਹ ਵਾਹਨਾਂ ਤੋਂ, ਪਟਾਕਿਆਂ ਤੋਂ, ਸੰਤਾਂ ਤੋਂ ਪੈਦਾ ਹੁੰਦਾ, ਉਹਦਾ ਇਲਾਜ ਤਾਂ ਕਰਦੇ ਨਹੀਂ, ਕਿਸਾਨਾਂ ਵਾਲੇ ਪਾਸੇ ਨੂੰ ਆ ਜਾਂਦੇ ਨੇ। ਚੱਲ ਦੂਸਰੀ ਗੱਲ ਇਹ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਲਾਉਣਾ ਕੋਈ ਸ਼ੌਂਕ ਨਹੀਂ, ਉਹ ਕਹਿੰਦਾ ਮਜਬੂਰੀ ਆ, ਸਾਤੋਂ ਸਰਕਾਰ ਲੈ ਜੇ ਇਕੱਠੀ ਕਰਕੇ ਸਾਰੀ, ਔਰ ਇਹ ਤੋਂ ਬਾਲਣ ਤੋਂ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ, ਖਾਦ ਪੈਦਾ ਕੀਤੀ ਜਾ ਸਕਦੀ, ਇਹ ਕਰ ਲਏ। ਲੇਕਿਨ ਸਰਕਾਰ ਇਸ ਪਾਸੇ ਨਹੀਂ ਸੋਚਦੀ ਜੀ। ਅੱਛਾ, ਸੋਨੂ ਸੂਦ ਹੁਣ ਜਦੋਂ ਕਰੋਨਾ ਕਾਲ ਆਇਆ ਉਹਨੇ ਬਹੁਤ ਕੰਮ ਕੀਤਾ ਔਰ ਲੋਕਾਂ ਨੇ ਉਹਦੀ ਬਹੁਤ ਸ਼ਲਾਘਾ ਵੀ ਕੀਤੀ। ਹੁਣ ਪਿਛਲੇ ਟਾਈਮ ਦੇ ਵਿੱਚ ਅਸੀਂ ਦੇਖਿਆ ਕਿ ਕੁਛ ਉਹਨਾਂ ਦੇ ਉੱਤੇ ਛਾਪੇਮਾਰੀ ਵੀ ਹੋਈ ਈਡੀ ਵੱਲੋਂ ਵੀ, ਅਤੇ ਉਹਨਾਂ ਨੂੰ ਐਂ ਲੱਗਿਆ ਜਿਵੇਂ ਪੋਲੀਟੀਕਲੀ ਟਾਰਗੇਟ ਕੀਤਾ ਜਾ ਰਿਹਾ। ਫਿਰ ਇਹ ਵੀ ਸੀ, ਉਹਨਾਂ ਨੇ ਖੈਰ ਇਸ ਸਭ ਦੇ ਵਿੱਚ ਆਪਣੇ ਆਪ ਨੂੰ ਪੋਲੀਟੀਕਲੀ ਬੜਾ ਨਿਊਟਰਲ ਰੱਖਿਆ, ਉਹਨਾਂ ਨੇ ਕਿਸੇ ਦੀ ਬੋਲੀ ਨਹੀਂ ਬੋਲੀ। ਪਰ ਹੁਣ ਫਾਈਨਲੀ ਇਸ ਵੀਕਐਂਡ 'ਤੇ ਇੱਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਆਈ ਆ ਜਿਹਦੇ ਵਿੱਚ ਸੋਨੂ ਸੂਦ ਹੋਣਾ ਨੇ ਕਲੀਅਰ ਕੀਤਾ, ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਉਹਨਾਂ ਦੀ ਭੈਣ ਸ਼ਾਇਦ ਅੱਗੇ ਚੁਣਾਵ ਜਿਹੜਾ ਉਹ ਚੋਣਾਂ ਆਉਣੀਆਂ ਇੱਥੇ ਪੰਜਾਬ ਦੇ ਵਿੱਚ, ਸ਼ਾਇਦ ਉਹਦੇ ਵਿੱਚ ਉਹ ਸ਼ਿਰਕਤ ਕਰਨਗੀਆਂ। ਕੀ ਡਿਟੇਲ ਹੈ ਜੀ ਇਸ ਦੇ ਬਾਰੇ? ਜੀ ਦੇਖੋ ਸੁਹਰਾਬ ਜੀ, ਜਿਹੜਾ ਵਾਕਈ ਕਰੋਨਾ ਦੀ ਮਹਾਮਾਰੀ ਦੇ ਦੌਰਾਨ ਗਰੀਬ ਲੋਕਾਂ ਦੀ, ਬੇਸਹਾਰਾ ਲੋਕਾਂ ਦੀ ਸੋਨੂ ਸੂਦ ਨੇ ਬਾਂਹ ਫੜੀ, ਇਹ ਵਾਕਈ ਗੱਲ ਦਰੁਸਤ ਹੈ। ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਨਹੀਂ ਕਰਦੀਆਂ, ਔਰ ਕੋਈ ਬੰਦਾ ਜਦੋਂ ਇਹ ਕੰਮ ਕਰਦਾ ਤਾਂ ਵਾਕਈ ਉਹਨੂੰ, ਖਾਸ ਕਰਕੇ ਜਦੋਂ ਸੈਲੀਬ੍ਰਿਟੀ ਹੋਵੇ, ਉਹਨੂੰ ਬਹੁਤ ਮਾਣ ਸਨਮਾਨ ਮਿਲਦਾ। ਸੋਨੂ ਸੂਦ ਨੂੰ ਬਹੁਤ ਮਾਣ ਸਨਮਾਨ ਮਿਲਿਆ ਜੀ। ਲੇਕਿਨ ਸੋਨੂ ਸੂਦ ਹੁਣ ਸਿਆਸਤ ਦੇ ਵਿੱਚ ਆਉਣ ਦੇ ਲਈ ਲਗਾਤਾਰ ਫਾਰ ਮਾਰ ਰਿਹਾ। ਉਹਨੇ ਪਿਛਲੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤਾਂ ਕੀਤੀਆਂ, ਈਵਨ ਦਿੱਲੀ ਦੀ ਸਰਕਾਰ ਨੇ ਉਹਨੂੰ ਬ੍ਰਾਂਡ ਐਂਬੈਸਡਰ ਵੀ ਬਣਾਇਆ ਇੱਕ ਮਸਲੇ 'ਚ। ਉਸ ਤੋਂ ਬਾਅਦ ਹੀ ਛਾਪੇਮਾਰੀ ਸ਼ੁਰੂ ਹੋਈ ਜਦੋਂ ਕੇਂਦਰ ਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਨਹੀਂ ਚਾਹ ਰਿਹਾ। ਉਸ ਤੋਂ ਬਾਅਦ ਇਹ ਵੀ ਚਰਚਾ ਚੱਲੀ ਕਿ ਸੋਨੂ ਸੂਦ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੀ ਬਣਾਇਆ ਜਾ ਸਕਦਾ, ਲੇਕਿਨ ਉਹਦੇ ਤੇ ਆਮ ਆਦਮੀ ਪਾਰਟੀ ਨੂੰ ਲੱਗਿਆ ਕਿ ਭਗਵੰਤ ਮਾਨ ਜੇ ਪਾਸੇ ਹੋ ਗਿਆ ਤਾਂ ਸੋਨੂ ਸੂਦ ਦੇ ਆਉਣ ਦਾ ਉਹਨਾਂ ਫਾਇਦਾ ਨਹੀਂ ਹੋਣਾ ਜਿੰਨਾ ਭਗਵੰਤ ਮਾਨ ਦੇ ਪਾਸੇ ਹੋਣ ਦਾ ਨੁਕਸਾਨ ਹੋ ਜਾਊਗਾ। ਔਰ ਉਹਦੇ ਚੋਂ ਆਮ ਆਦਮੀ ਪਾਰਟੀ ਦੀ ਵੈਸੇ ਕੋਸ਼ਿਸ਼ ਅੱਜ ਤੱਕ ਵੀ ਹੈ ਕਿ ਸੋਨੂ ਸੂਦ ਉਹਨਾਂ ਦੇ ਨਾਲ ਆਵੇ, ਬਟ ਐਜ ਇਹ ਜਿਵੇਂ ਆਮ ਕੈਂਡੀਡੇਟ ਨੇ ਉਵੇਂ ਜਿਵੇਂ ਉਧਰੋਂ ਸੋਨੂ ਸੂਦ ਦੋਨੇ ਪਾਸੇ ਜਿਵੇਂ ਆਮ ਸਿਆਸਤਦਾਨਾਂ ਦਾ ਹੁੰਦਾ ਹੈ, ਦੋਨੇ ਹੱਥਾਂ 'ਚ ਲੱਡੂ ਰੱਖ ਕੇ ਚੱਲਦਾ ਹੈ। ਸੋਨੂ ਸੂਦ ਨੇ ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਚੰਨੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨਾਲ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿੱਚ, ਹੋਰ ਬਹੁਤ ਸਾਰੇ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਇਹਦੇ ਦਰਮਿਆਨ ਇਹ ਚਰਚਾ ਚੱਲੀ ਕਿ ਆਮ ਆਦਮੀ ਪਾਰਟੀ 'ਚ ਵੀ ਜਾ ਸਕਦਾ, ਕਾਂਗਰਸ 'ਚ ਵੀ ਜਾ ਸਕਦਾ। ਔਰ ਸੋਨੂ ਸੂਦ ਜਿੰਨਾ ਕੁ ਮੈਨੂੰ ਲੱਗਦਾ ਕਿ ਪੰਜਾਬ ਦਾ ਮਾਹੌਲ ਦੇਖ ਰਿਹਾ, ਉਹਨੂੰ ਦੇਖ ਰਿਹਾ ਕਿ ਕਿਹੜੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ, ਉਸ ਪਾਸੇ ਨੂੰ ਜਾ ਸਕਦਾ। ਇਸੇ ਦਰਮਿਆਨ ਸੋਨੂ ਸੂਦ ਨੇ ਐਲਾਨ ਕਰ ਦਿੱਤਾ ਕਿ ਉਹਦੀ ਭੈਣ ਜਿਹੜੀ ਮੋਗਾ ਦੇ ਵਿੱਚ ਰਹਿੰਦੀ ਹੈ, ਮਾਲਵਿਕਾ ਸੂਦ ਸੱਚਰ, ਉਹ ਚੋਣ ਲੜੂਗੀ। ਮੋਗਾ ਸ਼ਹਿਰੀ ਸੀਟ ਤੋਂ ਉਹਨਾਂ ਨੇ ਐਲਾਨ ਕਰਤਾ ਕਿ ਉਹ ਚੋਣ ਲੜੂਗੀ। ਹੁਣ ਉੱਥੋਂ ਕਿਹੜੀ ਪਾਰਟੀ ਵੱਲੋਂ ਲੜੂ ਇਹ ਅਜੇ ਤੱਕ ਉਹਨਾਂ ਨੇ ਪੱਤੇ ਨਹੀਂ ਖੋਲੇ, ਲੇਕਿਨ ਅੱਜ ਮੋਗਾ ਦੇ ਪਿੰਡਾਂ 'ਚ, ਮੋਗਾ ਸ਼ਹਿਰ 'ਚ ਸੋਨੂ ਸੂਦ ਨੇ ਮਤਲਬ ਚੋਣ ਪ੍ਰਚਾਰ ਆ ਇੱਕ ਤਰੀਕੇ ਦਾ ਉਹ ਸ਼ੁਰੂ ਕਰ ਦਿੱਤਾ ਗਾ। ਸੋ ਇਹ ਦੇਖਦੇ ਹਾਂ ਹੁਣ ਕਿਸ ਪਾਰਟੀ ਦੇ ਵਿੱਚ ਉਹ ਜਾਂਦੇ ਨੇ ਤੇ ਕੀ ਬਾਰਗੇਨਿੰਗ ਹੁੰਦੀ ਹੈ ਪਾਰਟੀਆਂ ਨਾਲ ਬੈਠ ਕੇ, ਕਿਸ ਤਰ੍ਹਾਂ ਦਾ ਹੁੰਦਾ ਹੈ
ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਜੀ। ਨਵਕਿਰਨ ਪੱਤੀ ਜੀ ਤਾਂ ਕਰਦਾ ਵੀ ਤੁਹਾਡੇ ਤੋਂ ਹੋਰ ਦਿਲਚਸਪ ਜਾਣਕਾਰੀ ਲਈ ਹੈ, ਪਰ ਸਮਾਂ ਹੁਣ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ। ਬਹੁਤ ਬਹੁਤ ਧੰਨਵਾਦ, ਤੁਸੀਂ ਇੰਨੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਵੀ, ਤੁਹਾਡਾ ਵੀ ਧੰਨਵਾਦ ਜੀ। ਸੋ ਇਹ ਸੀ ਸਾਡੇ ਸਹਿਯੋਗੀ ਨਵਕਿਰਨ ਪੱਤੀ ਜੀ, ਜੋ ਭਾਰਤ ਤੋਂ ਖਬਰਸਾਰ ਦੇ ਰਹੇ ਸੀਗੇ। ਹੁਣ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਤੇ ਫਿਰ ਮੁੜ ਕੇ ਵਾਪਸ ਆਉਂਦੇ ਹਾਂ। ਅੱਛਾ, ਅੱਜ ਜਿਹੜਾ ਵੈਦਰ ਦਾ ਅਸੀਂ ਪਹਿਲਾਂ ਵੀ ਗੱਲ ਕੀਤੀ ਆ, ਕਿਉਂਕਿ ਡਰਾਈਵਿੰਗ ਕੰਡੀਸ਼ਨਸ ਬਹੁਤ ਮਾੜੀਆਂ ਨੇ ਬਾਹਰ। ਸੋ ਇੱਕ ਕੰਮ ਜੇ ਤੁਸੀਂ ਸੇਫਲੀ ਕਰ ਸਕਦੇ ਹੋ ਉਹ ਇਹ ਹੈ ਕਿ ਤੁਹਾਡੇ ਘਰ ਦੇ ਆਲੇ ਦੁਆਲੇ ਜੇ ਕੋਈ ਉੱਥੇ ਸਟੋਰਮ ਡਰੇਨਸ ਨੇ, ਕਿਉਂਕਿ ਫਾਲ ਦਾ ਸਮਾਂ ਹੈ, ਪੱਤੇ ਬਹੁਤ ਡਿੱਗਦੇ ਆ। ਸੋ ਪੱਤਿਆਂ ਨੂੰ ਤੁਸੀਂ ਉੱਥੋਂ ਸਟੋਰਮ ਡਰੇਨਸ ਤੋਂ ਜੇ ਸੇਫਲੀ ਉਹਨਾਂ ਨੂੰ ਉੱਥੋਂ ਹਟਾ ਸਕਦੇ ਹੋ ਤਾਂ ਹਟਾ ਦਿਓ, ਕਿਉਂਕਿ ਹੁੰਦਾ ਕੀ ਹੈ ਕਿ ਉਹ ਪੱਤਿਆਂ ਦੇ ਨਾਲ ਸਟੋਰਮ ਡਰੇਨਸ ਜਿਹੜੀਆਂ ਉਹ ਬਲੌਕ ਹੋ ਜਾਂਦੀਆਂ ਅਤੇ ਪਾਣੀ ਖੜਨ ਲੱਗ ਜਾਂਦਾ, ਉੱਥੇ ਫਿਰ ਸੇਫ ਨਹੀਂ ਰਹਿੰਦਾ। ਸੋ ਜੇ ਤੁਸੀਂ ਸੇਫਲੀ ਇੱਦਾਂ ਕਰ ਸਕਦੇ ਹੋ, ਕਿਉਂਕਿ ਮੈਂ ਅੱਜ ਜਦੋਂ ਕੰਮ 'ਤੇ ਆ ਰਿਹਾ ਸੀ ਮੈਂ ਵੀ ਦੇਖਿਆ ਕਿ ਇੱਕ ਬੰਦਾ ਮੀਂਹ ਦੇ ਵਿੱਚ ਆਪਣੀ ਛਤਰੀ ਦੇ ਨਾਲ, ਉਹਦੀ ਜਿਹੜੀ ਨੁਕੀਲਾ ਹਿੱਸਾ ਹੁੰਦਾ ਉਹਦੇ ਨਾਲ, ਭਾਵੇਂ ਕਿੰਨਾ ਹੀ ਵਰਦਾ ਮੀਂਹ ਸੀ, ਉਹਦੇ ਨਾਲ ਉਹ ਸਟੋਰਮ ਡਰੇਨ ਸਾਫ਼ ਕਰ ਰਿਹਾ ਸੀ। ਔਰ ਇਹ ਨਹੀਂ ਉਹ ਆਪਦੇ ਘਰ ਦੇ ਸਾਹਮਣੇ, ਉਹ ਕੋਈ ਪੈਡੈਸਟਰੀਅਨ ਸੀ ਜਿਹੜਾ ਜਾਂਦਾ ਜਾਂਦਾ ਉਹਨੇ ਵੇਖਿਆ ਕਿ ਸਟੋਰਮ ਡਰੇਨ ਬਲੌਕ ਹੋਈ ਹੋਈ ਔਰ ਪਾਣੀ ਬਹੁਤ ਖੜ੍ਹਾ ਹੈ, ਉਹਦੇ ਨਾਲ ਉਹਨੇ ਸਾਫ਼ ਕੀਤਾ। ਸੋ ਜੇ ਤੁਹਾਡੇ ਵੀ ਘਰ ਦੇ ਆਲੇ ਦੁਆਲੇ ਕੋਈ ਸਟੋਰਮ ਡਰੇਨਸ ਨਹੀਂ ਔਰ ਉਹਦੇ ਨਾਲ ਉਹਦੇ ਉੱਤੇ ਪੱਤੇ ਪੈਣ ਕਰਕੇ ਉਹ ਬਲੌਕ ਹੋ ਗਈ ਆ, ਸੋ ਉਹਨੂੰ ਸਾਫ਼ ਕਰ ਦਿਓ ਸੇਫਲੀ ਜੇ ਤੁਸੀਂ ਇੱਦਾਂ ਕਰ ਸਕਦੇ ਹੋ। ਇਹਦੇ ਨਾਲ ਕਿਸੇ ਦੇ ਨਾਲ ਕੋਈ ਹਾਦਸਾ ਹੋਣ ਤੋਂ ਬਚ ਸਕਦਾ। ਸੋ ਇਹ ਚੰਗੀ ਗੱਲ ਹੀ ਹੋਏਗੀ ਜੇ ਤੁਸੀਂ ਇੱਦਾਂ ਕਰ ਸਕਦੇ ਹੋ ਤਾਂ। ਅੱਛਾ, ਵੈਸੇ ਅੱਜ ਐਡਵਾਈਜ਼ਰੀ ਵੀ ਇਹੀ ਹੈ ਕਿ ਜੇ ਤੁਸੀਂ ਤੁਹਾਨੂੰ ਜ਼ਰੂਰੀ ਨਹੀਂ ਆ ਤਾਂ ਤੁਸੀਂ ਟਰੈਵਲ ਨਾ ਕਰੋ ਅੱਜ, ਕਿਉਂਕਿ ਡਰਾਈਵਿੰਗ ਕੰਡੀਸ਼ਨਸ ਇੰਨੀਆਂ ਮਾੜੀਆਂ ਨੇ ਕਿ ਬਾਹਰ ਨਾ ਹੀ ਜਾਇਆ ਜਾਏ ਤਾਂ ਬਿਹਤਰ ਹੋਏਗਾ। ਕੋਈ ਮਜਬੂਰੀ ਹੋਵੇ ਤਾਂ ਹੀ ਟਰੈਵਲ ਕੀਤਾ ਜਾਵੇ। ਵੈਸੇ ਕਮਾਲ ਦੀ ਗੱਲ ਹੈ ਕਿ ਇੰਨਾ ਮੀਂਹ ਅਸੀਂ ਕਿੱਦਾਂ ਇੱਥੇ ਰਹਿੰਦੇ ਹਾਂ। ਕਈ ਵਾਰ ਤਾਂ ਆਪਣੇ ਆਪ ਨੂੰ ਹੈਰਾਨੀ ਹੁੰਦੀ ਆ ਕਿ ਕਿੰਨੇ ਦਿਨ ਸੂਰਜ ਬਾਹਰ ਨਿਕਲਦਾ ਨਹੀਂ ਔਰ ਮੀਂਹ ਬਸ ਪਈ ਜਾਂਦਾ। ਕਈ ਵਾਰ ਤਾਂ ਵੈਦਰ ਵੀ ਚੈੱਕ ਕਰਨ ਨੂੰ ਜੀ ਨਹੀਂ ਕਰਦਾ, ਵੀ ਪਤਾ ਹੀ ਹੁੰਦਾ ਵੀ 10-10 ਦਿਨ ਹੁਣ ਲਗਾਤਾਰ ਮੀਂਹ ਪੈਣਾ, ਕਿਤੇ ਆਪੇ ਜਿੱਦਣ ਨਿਕਲੂਗਾ ਸੂਰਜ ਆਪੇ ਨਿਕਲਿਆ ਆਊਗਾ। ਜੇ ਚੰਗੇ ਭਾਗ ਹੋਣਗੇ ਤਾਂ ਵੇਖ ਲਵਾਂਗੇ ਸੂਰਜ ਦਾ ਮੂੰਹ, ਪਰ ਜਿੱਦਣ ਫਿਰ ਧੁੱਪ ਨਿਕਲਦੀ ਹੈ ਨਾ 10 ਦਿਨ ਬਾਅਦ, ਉਦੋਂ ਫਿਰ ਬੰਦੇ ਨੂੰ ਐਂ ਲੱਗਦਾ ਵੀ ਆਹ ਸਵਰਗ ਦਾ ਨਜ਼ਾਰਾ ਝੂਟਾ ਆ ਗਿਆ ਸਵਰਗ ਦਾ, ਵੀ ਆਹੀ ਲਾਈਫ ਹੈ ਜੋ ਕੁਛ ਵੀ ਆ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਪ੍ਰੋਗਰਾਮ ਦੇ ਵਿੱਚ ਕਿ ਅੱਜ ਅਸੀਂ ਇੱਕ ਸੈਗਮੈਂਟ ਦੇ ਵਿੱਚ ਇੱਕ ਮਹਿਮਾਨ ਨਾਲ ਗੱਲਬਾਤ ਕਰਾਂਗੇ। ਸੋ 10 ਵਜੇ ਤੋਂ ਬਾਅਦ, ਜਦੋਂ 10 ਵਜੇ ਦੀ ਖਬਰਾਂ ਹੋ ਜਾਣਗੀਆਂ, ਉਸ ਤੋਂ ਬਾਅਦ ਸਾਡੇ ਨਾਲ ਇੱਕ ਮਹਿਮਾਨ ਸ਼ਾਮਿਲ ਹੋਣਗੇ ਪ੍ਰੋਗਰਾਮ ਦੇ ਵਿੱਚ। ਇਹਨਾਂ ਦਾ ਨਾਂ ਹੈ ਜੀ ਗਲੈਨ ਗੈਰੀ। ਇਹ ਵਿਕਟੋਰੀਆ EV ਐਸੋਸੀਏਸ਼ਨ ਦੇ ਤੋਂ ਆਉਣਗੇ ਜੀ ਗਲੈਨ ਗੈਰੀ, ਔਰ ਇਹ ਗੌਰਮੈਂਟ ਐਂਡ ਨਾਨ ਗੌਰਮੈਂਟ ਇੰਗੇਜਮੈਂਟਸ ਦੇ ਵਿੱਚ ਇਨਵੋਲਵ ਨੇ, ਹੈੱਡ ਆਫ ਰਿਸਰਚ ਟੀਮ ਨੇ। ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਔਰ ਜਾਣਾਂਗੇ ਕਿ ਜਿਹੜੀ ਇਲੈਕਟ੍ਰਿਕ ਵਹੀਕਲਸ ਨੇ, ਜਿਹੜੇ ਬੈਟਰੀ 'ਤੇ ਚੱਲਣ ਵਾਲੀਆਂ ਕਾਰਾਂ ਨੇ, ਇਹਨਾਂ ਦਾ ਹੁਣ ਫਿਊਚਰ ਕੀ ਹੋਏਗਾ ਔਰ ਗੌਰਮੈਂਟ ਕਿਹੋ ਜਿਹੇ ਇੰਗੇਜਮੈਂਟ ਪ੍ਰੋਗਰਾਮਸ, ਇੰਗੇਜਮੈਂਟ ਪ੍ਰੋਗਰਾਮ ਕੀ ਆ? ਇੰਗੇਜਮੈਂਟ ਪ੍ਰੋਗਰਾਮ ਹੁੰਦਾ ਹੈ ਕਿ ਜਦੋਂ ਗੌਰਮੈਂਟ ਗੱਲ ਕਰਦੀ ਹੈ ਲੋਕਾਂ ਦੇ ਨਾਲ ਕਿ ਤੁਸੀਂ ਚਾਹੁੰਦੇ ਕੀ ਹੋ। ਹੁਣ ਤੁਸੀਂ ਬੜਾ ਸੁਣਿਆ ਹੋਣਾ, ਪਿੱਛੇ ਜੇ ਟਰਾਂਸਲਿੰਕ ਵਾਲਿਆਂ ਨੇ ਇੰਗੇਜਮੈਂਟ ਪ੍ਰੋਗਰਾਮ ਚਲਾਇਆ ਸੀਗਾ ਕਿ ਸਰੀ ਦੇ ਵਿੱਚ ਤੁਸੀਂ ਕਿਹੋ ਜਿਹਾ ਫਿਊਚਰ ਦੇਖਦੇ ਹੋ ਪਬਲਿਕ ਟਰਾਂਸਪੋਰਟ ਦਾ, ਕਿਉਂਕਿ ਰਹਿਣਾ ਤਾਂ ਲੋਕਾਂ ਨੇ ਹੀ ਹੈ ਨਾ। ਸੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਦੇ ਨਾਲ ਸਰਵੇ ਕਰਦੇ ਆ ਕਿ ਇਹਨਾਂ ਦੀ ਡਿਮਾਂਡ ਕੀ ਆ। ਉਹਨਾਂ ਨੇ ਇੱਕ ਇੰਗੇਜਮੈਂਟ ਪ੍ਰੋਗਰਾਮ ਚਲਾਇਆ ਸੀ ਜਿਹਦੇ ਵਿੱਚ ਉਹਨਾਂ ਨੇ ਪੁੱਛਿਆ ਸੀ ਕਿ ਤੁਸੀਂ ਕੀ ਸੋਚਦੇ ਹੋ ਕਿ ਸਰੀ ਦੇ ਵਿੱਚ ਪਬਲਿਕ ਟਰਾਂਸਪੋਰਟ ਦਾ ਕੀ ਫਿਊਚਰ ਹੋਣਾ ਚਾਹੀਦਾ। ਇਹ ਗੱਲ ਵੱਖਰੀ ਹੈ ਕਿ ਕੁਛ ਬੈਰੀਅਰਸ ਹੁੰਦੇ ਆ, ਜਿਵੇਂ ਲੈਂਗੁਏਜ ਦਾ ਬੈਰੀਅਰ ਹੁੰਦਾ। ਹਾਲਾਂਕਿ ਟਰਾਂਸਲਿੰਕ ਨੇ ਕੋਸ਼ਿਸ਼ ਕੀਤੀ ਸੀ ਕਿ ਪੰਜਾਬੀ ਦੇ ਵਿੱਚ ਵੀ ਇਹ
ਜਿਹੜਾ ਸਾਡੇ ਲੋਕਾਂ ਤੱਕ, ਸਾਡੇ ਪੰਜਾਬੀ ਲੋਕਾਂ ਤੱਕ ਇਹ ਗੱਲ ਪਹੁੰਚੇ ਔਰ ਲੋਕ ਇਹਦੇ ਵਿੱਚ ਇੰਗੇਜਮੈਂਟ ਪ੍ਰੋਸੈਸ ਦੇ ਵਿੱਚ ਗੱਲਬਾਤ ਕਰਕੇ ਆਪਣੇ ਦਿਲ ਦੀ ਗੱਲ ਦੱਸਣ ਵੀ ਉਹ ਕਿਹੋ ਜਿਹਾ ਪਬਲਿਕ ਟਰਾਂਸਪੋਰਟ ਚਾਹੁੰਦੇ ਆ। ਇਸੇ ਤਰੀਕੇ ਦੇ ਨਾਲ ਜਿਹੜੀ ਫੈਡਰਲ ਸਰਕਾਰ ਆ ਉਹ ਇੱਕ ਇੰਗੇਜਮੈਂਟ ਪ੍ਰੋਸੈਸ ਹੁਣ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਵੀ ਆ ਰਹੀ ਹੈ। ਉਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਗਲੈਨ ਗੈਰੀ ਹੋਣਾ ਦੇ ਨਾਲ ਔਰ ਇਹਨਾਂ ਤੋਂ ਡੀਟੇਲ ਲਵਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਫਿਊਚਰ ਹੈ ਉਹ ਸ਼ੇਪ ਕਰੇਗਾ ਇਲੈਕਟ੍ਰਿਕ ਵਹੀਕਲਸ ਦਾ, ਕਿਉਂਕਿ ਕਾਰਾਂ ਤੁਸੀਂ ਦੇਖਿਆ ਹੋਣਾ ਇਲੈਕਟ੍ਰਿਕ ਕਾਰਾਂ ਹੁਣ ਸੜਕਾਂ 'ਤੇ ਬਹੁਤ ਵੱਧ ਗਈਆਂ ਨੇ ਪਹਿਲਾਂ ਨਾਲੋਂ। ਮੈਂ ਅਕਸਰ ਇਹ ਪ੍ਰੋਗਰਾਮਾਂ ਦੇ ਵਿੱਚ ਇਹ ਗੱਲਬਾਤ ਕਹਿ ਦਿੰਦਾ ਹੁੰਦਾ ਕਿ ਟੈਸਲਾ ਪਹਿਲਾਂ ਜਦੋਂ ਅੱਜ ਤੋਂ 13-14 ਸਾਲ ਪਹਿਲਾਂ ਕੋਈ ਵਿਰਲੀ ਟੈਸਲਾ ਦਿਸਦੀ ਸੀ, ਅਤੇ ਹੁਣ ਤੁਸੀਂ 10 ਮਿੰਟ ਦੀ ਡਰਾਈਵ 'ਤੇ ਜਾਓ ਤਾਂ ਘੱਟੋ ਘੱਟ ਤੁਹਾਨੂੰ 10 ਟੈਸਲਾ ਦਿਸ ਜਾਂਦੀਆਂ ਰਾਹ ਦੇ ਵਿੱਚ। ਸੋ ਇਲੈਕਟ੍ਰਿਕ ਵਹੀਕਲਸ ਦੀ ਕਾਰਾਂ ਦੀ ਐਕਸੈਪਟੇਬਿਲਿਟੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵਧੀ ਆ। ਔਰ ਇਹ ਹੀ ਨਹੀਂ ਕਿ ਇਕੱਲਾ ਟੈਸਲਾ ਹੀ, ਤੁਸੀਂ ਦੇਖਿਆ ਹੋਣਾ ਇਹ ਆਪਣਾ ਹਿਊਂਡਾਈ ਦੀ ਜਿਹੜੀ ਕਾਰ ਆ ਇਹ ਵੀ ਬਹੁਤ ਐਕਸੈਪਟ ਹੋਈ ਹੈ। ਸ਼ੈਵੀ ਦੀ ਬੋਲਟ ਬੜੀ ਐਕਸੈਪਟ ਹੋਈ ਆ। ਸੋ ਇਲੈਕਟ੍ਰਿਕ ਕਾਰਾਂ ਵੱਲ ਲੋਕਾਂ ਦਾ ਰੁਝਾਨ ਵਧਿਆ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਰੁਝਾਨ ਵਧੇਗਾ ਹੀ, ਘਟੇਗਾ ਨਹੀਂ। ਦੂਸਰੀ ਇੱਕ ਗੱਲ ਜਿਹੜੀ ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕੀਤੀ ਸੀ ਕਿ ਕਮਿਊਨਿਟੀ ਦੇ ਨਾਲ ਰਿਲੇਟਡ ਇੱਕ ਇਸ਼ੂ ਆ ਜਿਹਦੇ 'ਤੇ ਮੈਂ ਅੱਜ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਔਰ ਮੈਂ ਚਾਹੁੰਦਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੇ ਸੁਝਾਅ ਦਿਓ ਕਿ ਕਿਸ ਤਰੀਕੇ ਦੇ ਨਾਲ ਇਸ ਗੱਲ ਦੇ ਨਾਲ ਨਜਿੱਠੀਏ। ਹੋਇਆ ਕੀ ਹੈ, ਮੈਂ ਥੋੜ੍ਹਾ ਜਿਹਾ ਇੰਟਰੋਡਿਊਸ ਹੁਣ ਕਰ ਦਿੰਦਾ, ਬਾਅਦ ਦੇ ਵਿੱਚ ਅਸੀਂ ਡੀਟੇਲ ਦੇ ਵਿੱਚ ਗੱਲ ਕਰਾਂਗੇ ਔਰ ਤੁਸੀਂ ਵੀ ਫੋਨ ਕਾਲਸ ਕਰਕੇ ਉਸ ਵੇਲੇ, ਹਾਲੇ ਨਹੀਂ ਉਸ ਵੇਲੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕੋਗੇ। ਨਵੰਬਰ 6 ਨੂੰ ਸਰੀ ਦਾ ਇੱਕ ਸਕੂਲ ਜਿਹੜਾ ਆ ਪ੍ਰਿੰਸੈਸ ਮਾਰਗਰੇਟ ਹਾਈ ਸਕੂਲ 128 ਤੇ 72 ਦੇ ਕਾਰਨਰ 'ਤੇ ਜਿਹੜਾ ਸਕੂਲ ਆ ਉੱਥੇ ਲੜਾਈ ਹੋਈ ਹੈ ਜੀ ਸਕੂਲ ਦੇ ਵਿੱਚ ਔਰ ਸਕੂਲ ਟਾਈਮ ਦੇ ਵਿੱਚ। ਔਰ ਲੜਾਈ ਕੀ ਹੈ ਜੀ, ਉਹ ਵੀਡੀਓ ਮੈਂ ਕੱਲ੍ਹ ਰਾਤ ਉਹ ਵੀਡੀਓ ਦੇਖੀ ਆ ਔਰ ਵੀਡੀਓ ਨੂੰ ਦੇਖ ਕੇ ਇੰਨਾ ਮਨ ਦੁਖਿਆ ਕਿ ਮੈਂ ਬਹੁਤ ਭਾਵੁਕ ਹੋ ਗਿਆ ਉਸ ਵੀਡੀਓ ਨੂੰ ਦੇਖ ਕੇ। ਤਕਰੀਬਨ 100-150 ਬੱਚਾ ਜੋ ਮੁੱਕਾ ਇੱਕ ਦੂਜੇ ਦੇ ਨਾਲ ਹੋ ਰਿਹਾ ਔਰ 3 ਕਿ 4 ਟੀਚਰ ਨੇ ਉਹਦੇ ਵਿੱਚ, ਉਹ ਕੋਸ਼ਿਸ਼ ਕਰ ਰਹੇ ਉਹਨਾਂ ਨੂੰ ਛਡਾਉਣ ਦੀ ਔਰ ਉਹਨਾਂ ਦੇ ਵੀ ਕਿੱਥੇ ਪੈ ਰਹੀ ਹੈ ਕੋਈ ਨਹੀਂ ਵੇਖ ਰਿਹਾ। ਕੋਈ 2 ਜਾਂ 3 ਬੱਚੇ ਨਹੀਂ ਗਏ, 100-150 ਬੱਚਾ ਸਕੂਲ ਦੇ ਕੋਰੀਡੋਰ ਦੇ ਵਿੱਚ ਇੱਕ ਦੂਜੇ ਦੇ ਨਾਲ ਐਂ ਗੁੱਥਮ ਗੁੱਥਾ ਹੋ ਰਿਹਾ ਕਿ ਜਿਵੇਂ ਤੁਸੀਂ ਕਹਿ ਲਓ ਵੀ ਪਿੰਡਾਂ ਦੀ ਲੜਾਈ ਇਹੋ ਜਿਹੀ ਨਹੀਂ ਹੁੰਦੀ ਸਾਡੇ ਪੰਜਾਬ ਦੀ ਜਿਹੋ ਜਿਹੀ ਉੱਥੇ ਹੋ ਰਹੀ ਆ। ਔਰ ਜੋ ਗਾਲਮ ਗਾਲੀ ਔਰ ਉਹ ਛਡਾਉਣ ਵਾਲੇ ਕੌਣ ਨੇ, ਸਿਰਫ 4 ਟੀਚਰ ਔਰ ਉਹਨਾਂ ਦੇ ਵੀ ਪੈ ਰਹੀਆਂ ਵਿੱਚ। ਹੈਰਾਨੀ ਦੀ ਗੱਲ ਆ, ਸਾਡੇ ਬੱਚੇ ਕੀ ਕਰ ਰਹੇ ਸਕੂਲਾਂ ਦੇ ਵਿੱਚ ਇਹੋ ਜਿਹਾ ਮਾਹੌਲ। ਔਰ ਉਸ ਤੋਂ ਬਾਅਦ ਮੈਂ ਹੈਰਾਨ ਰਹਿ ਗਿਆ ਕਿ ਨਵੰਬਰ 6 ਦੀ ਖਬਰ ਆ ਅਤੇ ਖਬਰ ਕਿਤੇ ਬਾਹਰ ਆਈ ਹੋਣੀ ਆ। ਹਾਂਜੀ ਖਬਰ ਆਈ, ਪਰ ਖਬਰ ਕੀ ਆਈ ਕਿ ਜੀ ਸਟੈਬਿੰਗ ਇੰਸੀਡੈਂਟ ਹੋਇਆ ਸਕੂਲ ਦੇ ਵਿੱਚ ਅਤੇ ਜਿਹੜਾ ਇੱਕ ਬੱਚਾ ਹੈ ਉਹ ਚਾਰਜ ਕਰ ਲਿਆ ਗਿਆ ਔਰ ਇਹ ਜੀ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਜਾਏਗਾ। ਠੀਕ ਹੈ, ਸਟੈਬਿੰਗ ਹੋ ਗਈ, ਮਾੜੀ ਹੋਈ, ਨਹੀਂ ਹੋਣੀ ਚਾਹੀਦੀ ਸੀ। ਤੁਸੀਂ ਬੱਚੇ ਨੂੰ, ਜਿਸ ਬੱਚੇ ਨੇ ਕੀਤਾ ਉਹਨੂੰ ਤੁਸੀਂ ਚਾਰਜ ਵੀ ਕਰ ਰਹੇ ਹੋ, ਪਰ ਸਕੂਲ ਦਾ ਕੀ ਮਾਹੌਲ ਆ, ਉਹਦੇ ਜਿਹੜੇ ਦੂਸਰੇ ਵਿਦਿਆਰਥੀ ਉੱਥੇ ਪੜ੍ਹ ਰਹੇ ਆ ਉਹਨਾਂ ਦੇ ਮਨਾਂ 'ਤੇ ਕੀ ਫਰਕ ਪੈ ਰਿਹਾ। 100-150 ਬੱਚਾ ਕਿਵੇਂ ਲੜ ਸਕਦਾ ਇੱਦਾਂ ਓਪਨਲੀ? ਇਹ ਕੀ ਹੋ ਰਿਹਾ ਸਕੂਲਾਂ ਦੇ ਵਿੱਚ ਸਾਡੇ? ਔਰ ਸਾਡੇ ਇਹ ਇਹਨਾਂ ਥਾਵਾਂ ਤੋਂ ਮੇਰੇ ਵੱਡੇ ਭਾਈ ਸਰਦਾਰ ਹਰਜੀਤ ਸਿੰਘ ਗਿੱਲ ਰੋਜ਼ ਇਸ ਕੁਰਸੀ ਦੇ ਵਿੱਚ ਬੈਠ ਕੇ ਇਸ ਗੱਲ ਦਾ ਹੋਕਾ ਦਿੰਦੇ ਆ ਕਿ ਭਾਈ ਕਮਿਊਨਿਟੀ ਨੂੰ ਇਹਨਾਂ ਗੱਲਾਂ ਬਾਰੇ ਸੋਚਣ ਦੀ ਲੋੜ ਆ ਔਰ ਇਹਨਾਂ 'ਤੇ ਵਿਚਾਰ ਕਰਨ ਕੇ ਕੋਈ ਕੰਕਰੀਟ ਐਕਸ਼ਨ ਲੈਣ ਦੀ ਲੋੜ ਆ। ਪਰ ਕੁਛ ਇੰਪਰੂਵਮੈਂਟ ਨਹੀਂ, ਸਾਡੇ ਤਾਂ ਹਾਲ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ। ਔਰ ਉਹ ਬੱਚੇ ਕੌਣ ਆ ਜਿਹੜੇ ਲੜ ਰਹੇ ਆ? ਉਹ ਬੱਚੇ ਸਾਡੇ ਆਪ ਦੇ ਬੱਚੇ ਆ। ਅੱਗੇ ਅਸੀਂ ਇਹ ਦੋਸ਼ ਦੂਜਿਆਂ 'ਤੇ ਲਾ ਦਈਦਾ ਸੀ ਕਿ ਜੀ ਗੋਰੇ ਸਾਡੇ ਨਾਲ ਰੇਸਿਜ਼ਮ ਕਰ ਰਹੇ ਆ, ਪਰ ਮੈਂ ਰਾਤ ਵਾਲੀ ਵੀਡੀਓ ਦੇਖ ਕੇ ਬਿਲਕੁਲ ਹੈਰਾਨ ਆ ਜੀ। ਬਰਾਊਨ ਬੱਚੇ ਆ ਉਹ, ਬਿਲਕੁਲ ਸਾਡੇ ਆਪ ਦੇ ਪੰਜਾਬੀ ਬੱਚੇ ਆ, ਇੱਕ ਦੂਜੇ ਦੇ ਨਾਲ ਗੁੱਥਮ ਗੁੱਥਾ। ਔਰ ਅਸੀਂ ਕੀ ਸਿਖਾ ਰਹੇ ਹਾਂ ਆਪਣੇ ਬੱਚਿਆਂ ਨੂੰ?
ਇੰਨੇ ਚਿਰ ਤੋਂ ਅਸੀਂ ਐਫਰਟ ਕਰ ਰਹੇ ਹਾਂ ਪਰ ਸਾਡੇ ਕੋਈ ਇੰਪਰੂਵਮੈਂਟ ਹੀ ਨਹੀਂ ਆ ਰਹੀ ਹੈ। ਸੋ ਇਸ ਮੁੱਦੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ 10:30 ਤੋਂ ਬਾਅਦ। ਲਾਈਨਾਂ ਵੀ ਖੁੱਲ੍ਹਣਗੀਆਂ। ਮੈਂ ਚਾਹੁੰਦਾ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਓ। ਔਰ ਅੱਜ ਨਾ ਮੈਂ ਚਾਹੁੰਦਾ ਵੀ ਅਸੀਂ ਫਿੰਗਰ ਪੁਆਇੰਟਿੰਗ ਨਾ ਕਰੀਏ, ਅਸੀਂ ਕਿਸੇ ਸੁਝਾਅ ਵੱਲ ਜਾਈਏ। ਕੋਈ ਇਹੋ ਜਿਹੇ ਸੁਝਾਅ ਤੁਸੀਂ ਸੋਚੋ ਜਿਹਦੇ ਨਾਲ ਅਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰ ਸਕੀਏ। ਸੋ 10:30 ਤੋਂ ਬਾਅਦ ਅਸੀਂ ਲਾਈਨਾਂ ਖੋਲਾਂਗੇ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ। ਫਿਲਹਾਲ ਵਕਤ ਹੋ ਗਿਆ ਜੀ ਖਬਰਾਂ ਦਾ, ਔਰ ਖਬਰਾਂ ਤੋਂ ਬਾਅਦ ਫਿਰ ਅਸੀਂ ਗਲੈਨ ਗੈਰੀ ਹੋਣਾ ਨਾਲ ਗੱਲਬਾਤ ਜਾਰੀ ਕਰਾਂਗੇ ਜੀ। ਉਸ ਤੋਂ ਬਾਅਦ ਹੁਣ ਅਸੀਂ ਗੱਲ ਕਰਦੇ ਹਾਂ ਜੀ ਗਲੈਨ ਗੈਰੀ ਹੋਣਾ ਦੇ ਨਾਲ, ਜੋ ਕਿ ਵਿਕਟੋਰੀਆ EV ਐਸੋਸੀਏਸ਼ਨ ਤੋਂ ਨੇ। ਗਲੈਨ, ਵੈਲਕਮ ਟੂ ਦ ਪ੍ਰੋਗਰਾਮ। Thank you, Sarab. Glenn, thank you for joining us today in this show, where we're going to talk about the future of electric vehicles and how do you, how we see the future. As I've mentioned before in this program, that about in my memory, about 13-14 years ago, when I would see an electric vehicle on the road, I would be very excited. And people amongst us, with my friends, we would say, "Oh, look at that car. Did you see that?" And, if you missed it, you would be lucky to see it in a month's time again. But things have changed since then. They certainly have. It used to be, until cars like the Nissan Leaf came along, you could go a few weeks before seeing an electric car. And nowadays in the Lower Mainland and here on Vancouver Island in Victoria, you can almost hold your breath in between seeing one EV or another. Oh, really? It is dense. and so we've just got through the pioneer and innovator phase of uptake. And now we're into the early adopters. And these sort of curves are described as a hockey stick, which is great for Canadians, of course. Yeah. And we're at that part of the hockey stick from the front of the blade, going back to 2010. And we're moved up. We're now at the heel of the blade, and it's starting to go upwards rapidly. So it has changed a vast amount. Right. Glenn, the concept of an electric car is not something that's new. It has been there, in the public discourse for a while. What changed in last 10 years that there were like these the conspiracy theories that maybe the oil companies are not letting electric technology develop. We have been hearing them for last 20-30 years, but now suddenly in last 10 years the popularity seems to be increasing many folds. What changed in these last 10 years? Simply it's the growth of the lithium-ion battery, the current technology. And that comes back to commercial electronics. Starting back with the video cameras we filmed our kids with in the 90s, right? Laptops and all the rest of that, and that is what's kind of driven the price down. And it also, when you say conspiracy theory about legacy internal combustion engine companies trying to hold things back, you're not wrong. But the important part is that somebody came along who was able to catch the imagination of investors and of scientists around the world, and who was not connected to all that, and then plow past it all and do proof of concept. Right. So, one of the things, I'm personally a big fan of the electric technology. I don't own a car yet, but I do see myself at some point in next few years buying an electric car. And I've been chatting to a few friends, and one of the often criticism that I hear of the electric cars is that, okay, well, you save money on gas, but
when the demand increases for these electric vehicles and you go plug them in your in your garage at the night time, right now maybe we can afford to do it because there are not enough cars, but when there are enough cars, more than enough cars in the garages charging at the same time, how do you share the power load? Well, there's a couple different things you've touched on there about the cost of operation. Mm-hmm. So a gas vehicle, the average Canadian gas vehicle consumes 9 liters of gas per 100 kilometers, and that costs you about $1,800 at $1.50 a liter. Mm-hmm. Add in your oil changes, you're $2,000 a year. Right. You roll that out over 10 years with 3% interest, you're paying $28,000 Wow. to fuel and maintain that, and just nothing else breaks down. Right. 28 grand over 10 years. Mm-hmm. An electric vehicle over that same time period with the same rate of inflation will cost you $2,400. Mm-hmm. $2,400, less than 10%. Right. So there, the savings are real. Right. When it comes down to power, and that's two questions. There's the gross amount of power available in British Columbia, Mm-hmm. and then how do we get it into places like MURBs, which are multi-unit residential buildings. Right. So right now, BC Hydro, back in 2015, prior to Site C being forced upon the company, Right. they did the estimate that they could charge up to 2.2 million vehicles Mm-hmm. without any changes. Wow. And again, that ignores Site C coming online, and Site C is controversial for many different reasons. Right. But it also ignores the more and more places in British Columbia who are putting more and more people who are putting solar up on their roof. Right. Glenn, do you have any idea how many electric vehicles are on the road right now in BC? We're somewhere north of 60,000. North of 60,000. Yeah. Right. So I mean, if we go by those numbers, there shouldn't be any foreseeable power problems for a while then. Oh, and probably never. But because the more you shift things to electric, Right. because there are a lot of things that use electricity Right. that don't feed to other things. So BC Hydro likes to say every time a pulp mill shuts down, Mm-hmm. that's enough power for 100,000 EVs. Right. Glenn, if you could tell our listeners a little bit about the options right now that are in the market for electric vehicles, the popular ones that are in fashion these days. Okay. I'll talk about the ones that are eligible for incentives. Yes. Primarily. Yes. So there is a federal incentive Mm-hmm. of $5,000 for an EV, but the MSRP of that line of cars has to start below $45,000. Okay. And BC Provincial, it's a $3,000 incentive based on the MSRP that starts below $55,000. Mm-hmm. Yeah, so that's the thing. Right. And there are about 250,000 cars sold in BC every year. Right. About a third of those are brand new. Mm-hmm. Yeah. Okay. Now you talked about the incentive program. For starters, somebody like me who doesn't know what this process is, it seems like a very huge task to go through the paperwork. How long is this process, and what exactly is a consumer required to do to go through this program? Okay. There's a website called CEV for BC. That's Clean Electric Vehicles for BC. And on that site, it'll show you which cars qualify for incentives. Right. And they kind of start at about $38,000 and go up to just under $55,000. So Right. from your basic Chevy Bolt or 2021 Ioniq, Hyundai Ioniq, up to the lowest end Tesla. Right. And you said
there is I mean, I've heard that and I wanted you to comment on this. Is there a cap on how many applications get approved every year? Yes, there is, and that is drawn because the money for the incentives comes from the BC government. Right. And they top they put money into the fund all the time. Currently, there's, I think, looking last night, there's 7 million unspoken for, but the BC government, through the Clean BC plan, they understand that putting electric vehicles on the road is one of the ways that they can offset a lot of emissions. Right. And therefore, it's money well spent. Right. Okay, and finally, how do you see the future now? I mean, we have seen, the electric market, electric car market grow many folds in last few years. Where do we go from here? Well, right now, demand is because people are seriously waking up. It's no longer a fad. If you bought one 6 or 7 years ago, you really kind of stood out, and now anybody driving around the Lower Mainland knows that, hey, no, this is not standing out. People are seeing the value in it, and so the only challenge right now is there are long lineups waiting for cars. Right. So yeah, the whole thing is our membership in our organization is about 1,800 Right. strong, and I talk to EV owners and groups across the country, Right. and they say that their first regret with an EV is having not got into one sooner. Oh, really? That's exciting. They're quicker than any gas car they've owned. Right. They're cheaper to operate than any gas car they've owned. It's just a better experience for the citizen. They're not putting pollution in the air. Pollution from transport in Canada kills 5,000 people every year and costs about $38 billion in lost GDP. That's just from transport. Yeah. Yeah. And finally, if you could share with our listeners any resources where they can learn more about EV vehicles. Well, like everything else, a lot of stuff is driven into social media. Right. So there's the Vancouver Electric Vehicle Association on Facebook. There's the Victoria Electric Vehicle Association, our website. Right. It's easy to find through a quick search there. There are, the Sunshine Coast Association. We have the Mid-Island Association here in Vancouver Island, the Comox Valley Association. There are a ton, and these are all user groups, right? These are not dealers. These are not industry people. You get to talk to owners about their experience with their cars. So yeah, it's a great place to go and get information from people who actually are living with EVs and loving it. Well, that's very useful piece of information. Thank you so much, Glenn, for sharing that information with our listeners today. Well, great talking to you, Saurabh, and great talking to your listeners. It's the last time I was on the mainland, which wasn't very long ago, going out to visit family in Abbotsford. Yeah, you actually have more EVs than Victoria, so well done. Did you drive an EV that day? Yeah, I did, actually. Okay, great. Thank you so much, Gary. See you then. Okay, take care, Saurabh. ਸੋ ਇਹ ਸੀਗੇ ਗਲੈਨ ਗੈਰੀ ਜਿਨ੍ਹਾਂ ਦੇ ਨਾਲ ਅਸੀਂ ਗੱਲ ਕੀਤੀ ਇਲੈਕਟ੍ਰਿਕ ਕਾਰਸ ਬਾਰੇ ਔਰ ਇਹਨਾਂ ਦਾ ਇਹੀ ਕਹਿਣਾ ਸੀਗਾ ਕਿ ਜਿਨ੍ਹਾਂ ਲੋਕਾਂ ਦੇ ਨਾਲ ਇਹਨਾਂ ਨੇ ਹੁਣ ਤੱਕ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਇਲੈਕਟ੍ਰਿਕ ਵਹੀਕਲਸ ਲਈਆਂ ਨੇ ਉਹ ਇਸ ਗੱਲ ਤੋਂ ਇਹੀ ਗੱਲ ਕਹਿੰਦੇ ਆ ਕਿ ਮੇਰਾ ਇਹੀ ਰਿਗਰੈਟ ਆ ਕਿ ਯਾਰ ਮੈਂ ਛੇਤੀ ਕਿਉਂ ਨਹੀਂ ਲਈ ਮੈਨੂੰ ਪਹਿਲਾਂ ਲੈ ਲੈਣੀ ਚਾਹੀਦੀ ਸੀ ਇਲੈਕਟ੍ਰਿਕ ਕਾਰ ਔਰ ਉਹ ਇਹ ਦੱਸ ਰਹੇ ਹੈ ਕਿ ਗੌਰਮੈਂਟ ਦੇ ਜਿਹੜੇ BC ਗਵਰਨਮੈਂਟ ਦੇ ਇਨਸੈਂਟਿਵ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਗ੍ਰਾਂਟਸ ਅਵੇਲੇਬਲ ਨੇ ਇਨਸੈਂਟਿਵ ਅਵੇਲੇਬਲ ਆ ਤੁਸੀਂ
ਜਿਹੜਾ ਹੋਰ ਜਾਣਕਾਰੀ ਜਿਹੜੀ ਆ ਇਹਨਾਂ ਆਨਲਾਈਨ ਰਿਸੋਰਸਿਸ ਤੋਂ ਲੈ ਸਕਦੇ ਹੋ। ਉਹਨਾਂ ਨੇ ਇੱਕ ਵੈਬਸਾਈਟ ਦਾ ਨਾਮ ਵੀ ਦੱਸਿਆ ਹੈ ਜਿਹੜਾ ਕਿ ਮੈਂ ਨੋਟ ਕਰਨਾ ਭੁੱਲ ਗਿਆ, ਪਰ ਮੈਂ ਉਹ ਅੱਗੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਉਹ ਆਨਲਾਈਨ ਰਿਸੋਰਸ ਵੀ ਸਾਂਝੀ ਕਰੂੰਗਾ। ਫਿਲਹਾਲ ਵਕਤ ਹੋ ਗਿਆ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਔਰ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਮੁੜ ਕੇ ਵਾਪਸ ਆਉਂਦੇ ਹਾਂ ਜੀ। ਵੈਲਕਮ ਬੈਕ ਟੂ ਦ ਹਰਜੀਤ ਗਿੱਲ ਸ਼ੋ। ਮੈਂ ਤੁਹਾਡਾ ਮੇਜ਼ਬਾਨ ਸੋਹਰਾਬ ਸੰਧੂ। ਔਰ ਜਿਵੇਂ ਪ੍ਰੋਗਰਾਮ ਦੇ ਅਸੀਂ ਪਿਛਲੇ ਹਿੱਸੇ ਦੇ ਵਿੱਚ ਗਲੈਨ ਗੈਰੀ ਹੋਣਾ ਦੇ ਨਾਲ ਇਲੈਕਟ੍ਰਿਕ ਵਹੀਕਲਸ ਦੀ ਗੱਲਬਾਤ ਕੀਤੀ ਸੀ, ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਉਹਨਾਂ ਨੇ ਇੱਕ ਰਿਸੋਰਸ ਦੱਸਿਆ ਸੀ, ਆਨਲਾਈਨ ਰਿਸੋਰਸ, ਜਿੱਥੇ ਜਾ ਕੇ ਤੁਸੀਂ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਇਲੈਕਟ੍ਰਿਕ ਵਹੀਕਲਸ ਬਾਰੇ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਇਨਸੈਂਟਿਵ ਮਿਲ ਸਕਦਾ। ਸੋ ਉਹਦਾ ਲਿੰਕ ਜੇ ਤੁਸੀਂ ਨੋਟ ਕਰਨਾ ਹੋਵੇ, ਆਨਲਾਈਨ ਲਿੰਕ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਜੀ। goelectric.gov.bc.ca goelectric.gov.bc.ca ਇਸ ਵੈਬਸਾਈਟ 'ਤੇ ਜਾ ਕੇ ਤੁਹਾਨੂੰ ਜ਼ਿਆਦਾ ਜਾਣਕਾਰੀ ਜਿਹੜੀ ਆ ਉਹ ਮਿਲ ਜਾਏਗੀ ਕਿਸ ਤਰੀਕੇ ਦੇ ਨਾਲ ਤੁਸੀਂ ਇੱਕ ਇਲੈਕਟ੍ਰਿਕ ਵਹੀਕਲ ਵਾਸਤੇ ਜਿਹੜਾ ਪ੍ਰੋਵਿੰਸ਼ੀਅਲ ਇਨਸੈਂਟਿਵ ਪ੍ਰੋਗਰਾਮ ਆ ਉਹਦੇ ਵਾਸਤੇ ਅਪਲਾਈ ਕਰ ਸਕਦੇ ਹੋ, ਔਰ ਵਧੀਆ ਕੀਮਤ 'ਤੇ ਤੁਸੀਂ ਵੀ ਇੱਕ ਇਲੈਕਟ੍ਰਿਕ ਵਹੀਕਲ ਲੈ ਸਕਦੇ ਹੋ ਜੀ। ਅੱਛਾ, ਪ੍ਰੋਗਰਾਮ ਦੇ ਵਿੱਚ ਵਕਤ ਹੁਣ ਜ਼ਿਆਦਾ ਰਿਹਾ ਨਹੀਂ। ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਕ ਸਾਡੀ ਕਮਿਊਨਿਟੀ ਦੇ ਨਾਲ ਜੋ ਜੁੜਿਆ ਇਸ਼ੂ ਹੈ, ਸਾਡੇ ਬੱਚੇ, ਬਹੁਤ ਸਾਡਾ ਭਵਿੱਖ 'ਤੇ ਡਿਪੈਂਡ ਕਰਦਾ। ਔਰ ਇੱਕ ਜਿਹੜਾ ਵੀਡੀਓ ਮੈਂ ਜਿਹਦੀ ਗੱਲ ਕੀਤੀ ਹੈ ਕਿ ਨਵੰਬਰ 6 ਨੂੰ ਪ੍ਰਿੰਸੈਸ ਮਾਰਗਰੇਟ ਸੈਕੰਡਰੀ ਸਕੂਲ ਜਿਹੜਾ 72 ਤੇ 128 ਤੇ ਕਾਰਨਰ 'ਤੇ ਜਿਹੜਾ ਸਕੂਲ ਆ, ਉਸ ਸਕੂਲ ਦੇ ਵਿੱਚ ਇੱਕ ਲੜਾਈ ਹੋਈ ਆ, ਔਰ ਲੜਾਈ ਕਾਫੀ ਬੱਚੇ ਮਤਲਬ ਉਹਦੇ ਵਿੱਚ ਸ਼ਾਮਿਲ ਸੀਗੇ। ਔਰ ਉਸ ਲੜਾਈ ਨੂੰ ਦੇਖ ਕੇ ਮੈਂ ਇਹ ਗੱਲ ਤੋਂ ਸੋਚਣ 'ਤੇ ਮਜਬੂਰ ਹੋ ਗਿਆ ਕਿ ਭਾਈ ਅਸੀਂ ਤਾਂ ਮਿਹਨਤਕਸ਼ ਲੋਕ ਹਾਂ, ਸਾਰੇ ਮਿਹਨਤ ਕਰਦੇ ਹਾਂ। ਕਿੱਡੀ ਦੇਖੋ ਤੁਸੀਂ ਇੱਥੇ ਕੋਈ ਵੈਨਕੂਵਰ ਕਿੱਡਾ ਮਹਿੰਗਾ ਸ਼ਹਿਰ ਆ, ਇਕੱਲਾ ਵੈਨਕੂਵਰ ਹੀ ਨਹੀਂ, ਵੈਨਕੂਵਰ ਦੇ ਨਾਲ ਲੱਗਦੇ ਇਲਾਕੇ ਵੀ, ਐਬਟਸਫੋਰਡ, ਸਰੀ, ਰਿਚਮੰਡ, ਜਿੱਥੇ ਕਿਤੇ ਅਸੀਂ ਰਹਿੰਦੇ ਹਾਂ, ਸਾਡਾ ਇੱਥੇ ਲਿਵਿੰਗ ਇੰਨੀ ਮਹਿੰਗੀ ਆ, ਇੰਨੀ ਮਿਹਨਤ ਕਰਕੇ ਅਸੀਂ ਆਪਦੀਆਂ ਇੱਥੇ ਜੜ੍ਹਾਂ ਲਾਈਆਂ ਨੇ। ਔਰ ਜਦੋਂ ਮਾਂ ਪਿਓ ਸਵੇਰ ਨੂੰ ਆਪਦੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਦਾ ਤਾਂ ਉਹਨੂੰ ਇਹ ਹੁੰਦਾ ਕਿ ਹੁਣ ਮੇਰਾ ਬੱਚਾ ਪੜ੍ਹਨ ਗਿਆ, ਇਹਦਾ ਵਧੀਆ ਭਵਿੱਖ ਬਣੂਗਾ, ਇੱਥੋਂ ਸਿੱਖੂਗਾ ਕੁਛ। ਔਰ ਉਹ ਭਾਵੇਂ ਉਹਦਾ ਆਪਦੀ ਜ਼ਿੰਦਗੀ ਕਿੰਨੀ ਮਰਜ਼ੀ ਔਖੀ ਹੋਵੇ, ਉਹ ਆਪਦੇ ਕੰਮ 'ਤੇ ਜਾ ਕੇ ਉਹਨੂੰ ਕਿੰਨੀ ਮਰਜ਼ੀ ਔਖਿਆਈ ਹੋਵੇ, ਉਹਨੂੰ ਇਸ ਗੱਲ ਦੀ ਸੈਟਿਸਫੈਕਸ਼ਨ ਜ਼ਰੂਰ ਹੁੰਦੀ ਹੈ ਕਿ ਪਰ ਕੋਈ ਗੱਲ ਨਹੀਂ, ਮੈਂ ਔਖਾ ਆ ਨਾ, ਕੋਈ ਗੱਲ ਨਹੀਂ, ਮੇਰੇ ਬੱਚੇ ਤਾਂ ਸੌਖੇ ਨੇ, ਇਹਨਾਂ ਦਾ ਫਿਊਚਰ ਤਾਂ ਬਣ ਜਾਏਗਾ। ਪਰ ਅਸੀਂ ਇਹ ਸੋਚੀ ਬੈਠੇ ਕਿ ਉਹਨਾਂ ਦਾ ਫਿਊਚਰ ਬਣ ਜਾਏਗਾ, ਪਰ ਜਦੋਂ ਅਸੀਂ ਆਪਦੇ ਸਕੂਲਾਂ ਦੇ ਵਿੱਚ ਝਾਤ ਮਾਰ ਕੇ ਦੇਖਦੇ ਹਾਂ ਤਾਂ ਉੱਥੇ ਤਾਂ ਹਾਲਾਤ ਹੀ ਕੁਛ ਹੋਰ ਨੇ। ਉਹ ਤਾਂ ਪੀੜ੍ਹੀ ਸਾਡੀ ਕਿੱਧਰ ਜਾ ਰਹੀ ਆ, ਸਾਨੂੰ ਸੋਚਣ ਦੀ ਲੋੜ ਆ। ਔਰ ਇਹ ਕੋਈ ਮੈਂ ਅੱਜ ਕੋਈ ਨਵੀਂ ਗੱਲ ਨਹੀਂ ਕਰ ਰਿਹਾ, ਪਿਛਲੇ 10-12 ਸਾਲਾਂ ਤੋਂ ਸਾਡੇ ਜਿੰਨੀ ਲੋਕਲ ਕਮਿਊਨਿਟੀ ਆ, ਜਿੰਨਾ ਲੋਕਲ ਮੀਡੀਆ ਆ, ਜਿੰਨੇ ਸਾਡੇ ਇੱਥੇ ਪੜ੍ਹੇ ਲਿਖੇ ਸੱਜਣ ਨੇ, ਉਹ ਇਸ ਬਾਰੇ ਗੱਲਬਾਤ ਕਰ ਰਹੇ ਆ ਕਿ ਭਾਈ ਸਾਨੂੰ ਸਾਂਭਣ ਦੀ ਲੋੜ ਹੈ ਆਪਦੀ ਅੱਗੇ ਜਿਹੜੀ ਨਸਲ ਆ ਰਹੀ ਆ। ਅੱਗੇ ਦੇਖਿਓ ਤੁਸੀਂ, ਜਿਹੜੀ ਡਰੱਗ ਦੀ ਪ੍ਰੋਬਲਮ ਹੈ, ਜਿਹੜੀ ਗੈਂਗ ਦੀ ਪ੍ਰੋਬਲਮ ਹੈ, ਉਹਦੇ ਵਿੱਚ ਅਸੀਂ ਆਪਦੀ ਜਿਹੜੀ ਜਨਰੇਸ਼ਨ ਹੈ, ਅਗਲੇ ਆਉਣ ਵਾਲੀ ਜਨਰੇਸ਼ਨ, ਉਹਨੂੰ ਲੂਜ਼ ਕਰਦੇ ਜਾ ਰਹੇ ਹਾਂ। ਅਤੇ ਅਸੀਂ ਇੰਨੀ ਗੱਲਬਾਤ ਕਰਕੇ, ਇੰਨੇ ਐਫਰਟ ਕਰਕੇ ਵੀ ਜੇ ਕੁਛ ਚੇਂਜ ਨਹੀਂ ਕਰ ਰਹੇ, ਤਾਂ ਫਿਰ ਸਾਨੂੰ ਸਟ੍ਰੈਟਜੀ ਚੇਂਜ ਕਰਨ ਦੀ ਲੋੜ ਆ। ਕਿਸ ਤਰੀਕੇ ਦੇ ਨਾਲ ਅਸੀਂ ਉਸ ਸਟ੍ਰੈਟਜੀ ਨੂੰ ਚੇਂਜ ਕਰ ਸਕਦੇ ਹਾਂ, ਉਸ ਬਾਰੇ ਅੱਜ ਮੈਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨਾ ਚਾਹੁੰਦਾ ਹਾਂ। ਤੁਸੀਂ ਜੇ ਚਾਹੋ ਤਾਂ ਫੋਨ ਕਾਲ ਕਰਕੇ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਔਰ ਮੈਂ ਇਹ ਚਾਹੁੰਦਾ ਕਿ ਆਪਾਂ ਨਾ ਕਿਸੇ 'ਤੇ ਬਲੇਮ ਨਾ ਕਰੀਏ, ਅੱਜ ਆਪਾਂ ਕੋਈ ਸੁਝਾਅ ਲੈ ਕੇ ਆਈਏ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਇੰਪਰੂਵ ਕਰ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਕੀ ਆਪਣੇ ਬੱਚਿਆਂ ਨੂੰ ਅਸੀਂ ਇਹੋ ਜਿਹਾ ਕੀ ਸਮਝਾਈਏ ਕਿ ਉਹ ਇਹਨਾਂ ਗੱਲਾਂ ਨੂੰ ਛੱਡ ਕੇ ਕੋਈ ਚੰਗੇ ਇਨਸਾਨ ਬਣਨ, ਕੋਈ ਆਪਦਾ ਫਿਊਚਰ ਬਣਾਉਣ, ਕੋਈ ਚੰਗੀਆਂ ਜੋਬਾਂ ਕਰਨ, ਕੋਈ ਚੰਗੇ ਅਹੁਦੇ 'ਤੇ ਜਾਣ, ਕੋਈ ਜਿਹਦੇ ਨਾਲ ਕਮਿਊਨਿਟੀ ਦੀ ਤਰੱਕੀ ਹੋਵੇ, ਜਿਹਦੇ ਨਾਲ ਸਾਡਾ ਅਕਸ ਸੁਧਰੇ। ਜਿਹੋ ਜਿਹੀ ਕਰਤੂਤਾਂ ਸਾਡੇ ਬੱਚੇ ਸਕੂਲਾਂ ਦੇ ਵਿੱਚ ਉੱਥੇ ਕਰ ਰਹੇ ਆ ਨਾ, ਫਿਰ ਮੈਨੂੰ ਕੋਈ ਹੈਰਾਨੀ ਨਹੀਂ ਵੀ ਜਦੋਂ ਅਸੀਂ ਡਾਊਨਟਾਊਨ ਜਾਂਦੇ ਹਾਂ ਤਾਂ ਫਿਰ ਉਹ ਸਾਡੇ ਵੱਲ ਉਂਗਲ ਕਰਕੇ ਕਹਿੰਦੇ ਇਹ ਸਰੀ ਵਾਲੇ ਆਏ ਆ। ਮਾਫ਼ ਕਰਨਾ, ਸੁਣਨ ਦੇ ਵਿੱਚ ਚੰਗੀ ਗੱਲ ਨਹੀਂ ਲੱਗਦੀ, ਮੈਂ ਆਪ ਸਰੀ ਦੇ ਵਿੱਚ ਰਹਿਣਾ ਪਿਛਲੇ 12-13 ਸਾਲਾਂ ਤੋਂ, ਪਰ ਕਰੀਏ ਕੀ ਜੇ ਸਾਡੇ ਬੱਚੇ ਇਹੋ ਜਿਹੇ। ਉਹ ਤਾਂ ਜੇ ਤੁਸੀਂ ਵੀਡੀਓ ਦੇਖੋ,
ਉਹ ਤਾਂ ਐਂ ਲੱਗਦਾ ਜਿਵੇਂ ਗੈਂਗਸਟਰ ਲੜ ਰਹੇ ਹੋਣ, ਪੂਰੀ ਖੁੱਲ੍ਹੇਆਮ ਲੜਾਈ ਚੱਲ ਰਹੀ ਹੈ। ਔਰ ਅਸੀਂ ਸੋਚ ਰਹੇ ਹਾਂ ਕਿ ਸਾਡੇ ਬੱਚੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ। ਕਿੱਥੇ ਪੜ੍ਹ ਰਹੇ ਆ, ਉਹ ਕੀ ਕਰ ਰਹੇ ਆ? ਔਰ ਦੇਖੋ ਤੁਸੀਂ, ਨਾ ਤਾਂ ਕਿਸੇ ਸਕੂਲ ਬੋਰਡ ਨੇ ਆਪ ਦਾ ਬਚਾਅ ਕਰਨਾ, ਉਹਨਾਂ ਨੂੰ ਇਹ ਹੈ ਕਿ ਸਾਡੀ ਆਪ ਦੀ ਜਿਹੜੀ ਇਮੇਜ ਹੈ ਉਹ ਖਰਾਬ ਨਾ ਹੋਵੇ। ਸਕੂਲ ਵਾਲੇ ਕਹਿੰਦੇ ਸਾਡੀ ਇਮੇਜ ਨਾ ਖਰਾਬ ਹੋਵੇ, ਅਤੇ ਮਾਂ ਪਿਓ ਚੁੱਪ ਕਰ ਜਾਂਦੇ ਆ ਵੀ ਸਾਡੇ ਬੱਚੇ ਇਨਵੋਲਵ ਨੇ, ਚੁੱਪ ਕਰ ਜਾਓ ਯਾਰ, ਕਿਉਂ ਰੌਲਾ ਪਾਉਣਾ, ਇਹਨਾਂ ਨੂੰ ਘਰੇ ਹੀ ਥੋੜ੍ਹਾ ਬਹੁਤ ਚੁੱਪ ਕਰਾ ਲਓ ਅਤੇ ਆਪਾਂ ਗੱਲ ਬਾਹਰ ਨਹੀਂ ਕਰਨੀ। ਇਹ ਗੱਲ ਬਾਹਰ ਤਾਂ ਆ ਹੀ ਜਾਣੀ ਆ, ਅੱਜ ਨਹੀਂ ਤਾਂ ਕੱਲ੍ਹ ਆ ਜਾਣੀ ਆ। ਸੋ ਇਹਦਾ ਨਿਪਟਾਰਾ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਇਹਨੂੰ ਕਿੱਦਾਂ ਬਿਹਤਰ ਬਣਾ ਸਕਦੇ ਹਾਂ, ਇਹਦੇ 'ਤੇ ਸਾਨੂੰ ਗੱਲਬਾਤ ਕਰਨ ਦੀ ਲੋੜ ਆ। ਔਰ ਇਸ ਗੱਲ ਨੂੰ ਕਿਸ ਤਰੀਕੇ ਦੇ ਨਾਲ ਇੱਕ ਮੈਚਿਓਰ ਸਟ੍ਰੈਟਜੀ ਦੇ ਨਾਲ ਸਾਨੂੰ ਡੀਲ ਕਰਨਾ ਪੈਣਾ। ਯਕੀਨ ਮੰਨਣਾ, ਰਾਤ ਜਿਹੜਾ ਉਹ ਵੀਡੀਓ ਮੈਂ ਦੇਖਿਆ, ਮੈਂ ਬਹੁਤ ਭਾਵੁਕ ਹੋ ਗਿਆ ਉਸ ਵੀਡੀਓ ਨੂੰ ਦੇਖ ਕੇ ਕਿ ਯਾਰ ਇੱਦਾਂ ਵੀ ਹੋ ਸਕਦਾ। ਇਹਨੂੰ ਕੀ ਕਰੀਏ, ਅਸੀਂ ਕਿਸ ਤਰੀਕੇ ਦੇ ਨਾਲ ਬਿਹਤਰ ਬਣਾਈਏ। ਸੋ ਇਹ ਤੁਸੀਂ ਹੁਣ ਫੋਨ ਲਾਈਨਸ ਖੁੱਲ੍ਹੀਆਂ ਨੇ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸਾਡੇ ਪਹਿਲੇ ਕਾਲਰ ਅਮਰਜੀਤ ਸੰਧੂ ਜੀ ਸਾਡੇ ਨਾਲ ਜੁੜੇ ਨੇ। ਸੰਧੂ ਸਾਹਿਬ, ਵੈਲਕਮ ਟੂ ਦ ਪ੍ਰੋਗਰਾਮ ਜੀ। ਹਾਂਜੀ ਜੀ ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ, ਗੱਲ ਇਹ ਹੈ ਵੀ ਜਦੋਂ ਇਸ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ, ਪਹਿਲੀ ਗੱਲ ਤੇ ਦੇਖੋ ਬੱਚਿਆਂ ਨੂੰ ਮਾਂ-ਬਾਪ ਨੂੰ ਹੀ ਚੰਗੀ ਤਰ੍ਹਾਂ ਪਹਿਲਾਂ ਸਮਝਾਉਣਾ ਚਾਹੀਦਾ ਵੀ ਮਾਂ-ਬਾਪ ਅੱਛੀ ਤਰ੍ਹਾਂ ਉਹਨਾਂ ਬੱਚਿਆਂ ਨਾਲ ਬੈਠ ਕੇ ਗੱਲ ਕਰਨ। ਤੇ ਦੂਜੀ ਗੱਲ ਹੈ ਵੀ ਜੇ ਉਹਨਾਂ ਤੋਂ ਵੀ ਗੱਲ ਬਾਹਰ ਹੈ ਤਾਂ ਉਹਨਾਂ ਨੂੰ ਬਾਹਰੋਂ ਵੀ ਮਦਦ ਲੈ ਲੈਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਦੇਖੋ ਜੇ ਸਪੋਜ਼ ਕਰੋ ਇੱਦਾਂ ਦੀ ਲੜਾਈ ਭਾਵੇਂ ਸਾਲ 'ਚ ਇੱਕ ਵਾਰੀ ਹੋਵੇ ਤੇ ਭਾਵੇਂ 2 ਵਾਰੀ ਹੋਵੇ, ਉਹਦੇ ਨਾਲ ਸਮਾਜ ਦਾ ਵੀ ਆ ਤੇ ਇਲਾਕੇ ਦਾ ਵੀ ਆ ਤੇ ਵੈਸੇ ਵੀ ਸਕੂਲ ਦਾ ਵੀ ਨਾਂ ਬਦਨਾਮ ਹੁੰਦਾ ਜੀ, ਤੇ ਮਾਂ-ਬਾਪ ਦਾ ਤੇ ਹੁੰਦਾ ਹੀ ਹੁੰਦਾ। ਵੀਰ ਜੀ, ਜਿਹੜੇ ਬੱਚੇ ਨੇ ਮੈਨੂੰ ਇਹ ਵੀਡੀਓ ਦਿਖਾਈ ਨਾ, ਮਾਫ਼ ਕਰਨਾ ਮੈਂ ਤੁਹਾਨੂੰ ਰੋਕ ਰਿਹਾ ਵਿੱਚ, ਜਿਹੜੇ ਬੱਚੇ ਨੇ ਮੈਨੂੰ ਵੀਡੀਓ ਦਿਖਾਈ ਉਹ ਵੀ ਉਸੇ ਸਕੂਲ ਦਾ ਪੜ੍ਹਨ ਵਾਲਾ। ਉਹ ਮੈਨੂੰ ਕਹਿੰਦਾ ਚਾਚਾ ਜੀ, ਕਹਿੰਦਾ ਜਦੋਂ ਮੈਂ ਉੱਥੇ ਸੀਗਾ ਤੇ ਕਹਿੰਦਾ ਸਾਰਾ ਸਕੂਲ ਹੀ ਲੜ ਪਿਆ। ਕਹਿੰਦਾ ਮੈਂ ਕਿਹਾ ਤੂੰ ਵੀ ਵਿੱਚ ਸੀਗਾ? ਕਹਿੰਦਾ ਨਹੀਂ, ਮੈਂ ਤਾਂ ਨਹੀਂ ਸੀ। ਅੱਜ ਨਹੀਂ ਸੀਗਾ, ਭਲਕੇ 6 ਮਹੀਨੇ ਸਾਲ ਬਾਅਦ ਉਹ ਵੀ ਵਿੱਚ ਹੀ ਹੋਊਗਾ, ਕਿਉਂਕਿ ਕੀ ਕਹਿੰਦੇ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲਦਾ। ਬਿਲਕੁਲ ਬਿਲਕੁਲ। ਦੇਖੋ ਚੀਜ਼ ਇਹ ਹੈਗੀ ਆ ਵੀ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਮਾਂ-ਬਾਪ ਨੂੰ ਆਪਾਂ ਸਾਰਿਆਂ ਨੂੰ ਇਲਜ਼ਾਮ ਦਈਏ, ਪਰ ਇੱਥੇ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਹਰੇਕ ਬੱਚੇ ਨੂੰ, ਹਰੇਕ ਮਾਂ-ਬਾਪ ਨੂੰ ਆਪਣੇ ਬੱਚੇ ਨੂੰ ਪਹਿਲਾਂ ਹੀ ਇਹਨਾਂ ਚੀਜ਼ਾਂ ਦੀ ਸਿੱਖਿਆ ਦੇਣੀ ਚਾਹੀਦੀ ਆ ਵੀ ਕੱਲ੍ਹ ਨੂੰ ਆਪਣਾ ਨਾਂ ਬਦਨਾਮ ਨਾ ਹੋਵੇ। ਤੇ ਜਿਹਨਾਂ ਬੱਚਿਆਂ ਨੇ ਇਹ ਕੰਮ ਕੀਤਾ ਵੀ ਆ, ਇਹਨਾਂ ਦੇ ਉੱਤੇ ਦੇਖੋ ਐਕਸ਼ਨ ਦੀ ਤੇ ਵੀ ਮਾਂ-ਬਾਪ ਐਕਸ਼ਨ ਇਹ ਲਵੇ ਕਿ ਉਹਨਾਂ ਬੱਚਿਆਂ ਦੇ ਨਾਲ ਬੈਠ ਕੇ, ਤੇ ਜੇ ਉਹ ਬੱਚੇ ਉੱਥੇ ਜਿਹਨਾਂ ਲੜੇ ਆ, ਜਿਹਨਾਂ ਦਾ ਕਸੂਰ ਹੈ, ਉਹ ਬੱਚੇ ਸਕੂਲ ਚੋਂ ਵੀ ਤੇ ਆਪਣੇ ਮਾਂ-ਬਾਪ ਤੋਂ ਤੇ ਉਹਨਾਂ ਲੋਕਾਂ ਤੋਂ ਵੀ ਸੌਰੀ ਮੰਗ ਸਕਣ, ਕਿਉਂਕਿ ਗਾਂਹ ਵਾਸਤੇ ਉਹ ਗੱਲ ਵਧੇ ਨਾ। ਇਹਨਾਂ ਚੀਜ਼ਾਂ ਤੋਂ ਮੈਂ ਵੇਖਦਾ ਹਾਂ ਵੀ ਜਿਹੜੀ ਇਹ ਗੱਲ ਜਦੋਂ ਇੱਥੋਂ ਵੱਧ ਜਾਂਦੀ ਹੈ ਤੇ ਗਾਂਹ ਇਹਨਾਂ ਦੀਆਂ ਦੁਸ਼ਮਣੀਆਂ, ਕਈ ਬੱਚੇ ਤੇ ਗਾਂਹ ਡਰੱਗ 'ਚ ਪੈ ਕੇ ਫਿਰ ਉਹ ਦੁਸ਼ਮਣੀਆਂ ਕੱਢਦੇ ਨੇ, ਉਤਰੀ ਜਾਂਦੀ ਗੱਲ। ਇਹਨਾਂ ਨੂੰ ਇੱਥੇ ਹੀ ਮੁਕਾਉਣਾ ਚਾਹੀਦਾ। ਉਹਨਾਂ ਮਾਂ-ਬਾਪ ਨੂੰ ਕਾਫੀ ਹੱਦ ਤੱਕ ਉਹਨਾਂ ਬੱਚਿਆਂ ਦੇ ਪਿੱਛੇ ਰਹਿ ਕੇ ਸਕੂਲ ਰੋਜ਼ ਜਾਣਾ ਚਾਹੀਦਾ ਕਿ ਉਹਨਾਂ ਦੇ ਬੱਚੇ ਜਿਹੜੇ ਆ ਉਹ ਨੁਕਸਾਨ ਜਿਹੜੇ ਬਚ ਸਕਣ। ਥੈਂਕ ਯੂ ਜੀ। ਥੈਂਕ ਯੂ ਜੀ। ਬਿਲਕੁਲ ਸੰਧੂ ਸਾਹਿਬ, ਗੱਲ ਤੁਸੀਂ ਬਿਲਕੁਲ ਸਹੀ ਕਹੀ ਆ ਕਿ ਬੱਚਿਆਂ ਦੇ ਉੱਤੇ ਮਾਂ ਪਿਓ ਨੂੰ ਹੋਰ ਸਖਤ ਅੱਖ ਰੱਖਣ ਦੀ ਲੋੜ ਆ। ਦੇਖੋ, ਜੇ ਉਹ ਬੱਚੇ ਅੱਜ ਲੜ ਪਏ ਆ, ਇਹਦਾ ਮਤਲਬ ਇੱਕਦਮ ਤਾਂ ਨਹੀਂ ਲੜ ਪਏ। ਇਹ ਗੱਲ ਕਿਤੇ ਪਹਿਲਾਂ ਹੀ ਕੁਛ ਨਾ ਕੁਛ, ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਜੋ ਚੱਲਦਾ ਸੀ ਉਹਨੂੰ ਭਾਂਪਣ ਦੇ ਵਿੱਚ ਮਾਂ ਪਿਓ ਕਾਮਯਾਬ ਨਹੀਂ ਰਹੇ। ਜੇ ਬੱਚਾ ਕਿਤੇ ਸਕੂਲ ਦੇ ਵਿੱਚ ਜਾ ਕੇ ਲੜਿਆ ਤਾਂ ਇੱਕੋ ਦਿਨ ਨਹੀਂ ਲੜਿਆ, ਉਹਦੇ ਮਨ ਦੇ ਵਿੱਚ ਪਹਿਲਾਂ ਕਿਤੇ ਗੁੱਸਾ ਸੀਗਾ। ਉਹ ਗੁੱਸੇ ਨੂੰ ਹੌਲੀ ਹੌਲੀ ਉਹ ਫੁੱਟਦਾ ਫਿਰ ਇੱਦਾਂ ਫੁੱਟਿਆ ਕਿ ਉਹ ਫਿਰ ਲੜਾਈ ਦੇ ਵਿੱਚ ਤਬਦੀਲ ਹੋ ਗਿਆ। ਖੈਰ, ਇਸ ਗੱਲਬਾਤ ਨੂੰ ਅਸੀਂ ਜਾਰੀ ਰੱਖਾਂਗੇ। ਫੋਨ ਲਾਈਨ ਸਾਡੀਆਂ ਖੁੱਲ੍ਹੀਆਂ ਨੇ ਜੀ। 10:47 ਦਾ ਸਮਾਂ ਹੋ ਰਿਹਾ, ਤਕਰੀਬਨ 10 ਮਿੰਟ ਹੋਰ ਹੈਗੇ ਆ। ਫਿਲਹਾਲ ਅਸੀਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ ਔਰ ਉਸ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਜੀ, ਔਰ ਇਸ ਗੱਲਬਾਤ ਨੂੰ ਫਿਰ ਅਸੀਂ ਕੰਟੀਨਿਊ ਕਰਾਂਗੇ। ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਸੋ ਪ੍ਰੋਗਰਾਮ ਦੇ ਵਿੱਚ ਕੁਛ ਜ਼ਿਆਦਾ ਸਮਾਂ ਹੁਣ ਰਿਹਾ ਨਹੀਂ ਗਾ।
ਅਸੀਂ ਗੱਲਬਾਤ ਕਰ ਰਹੇ ਸੀਗੇ ਜਿਹੜੀ ਹਿੰਸਾ ਦਾ ਇੱਕ ਇਨਸੀਡੈਂਟ ਸਾਹਮਣੇ ਆਇਆ ਪ੍ਰਿੰਸੈਸ ਮਾਰਗਰੇਟ ਸੈਕੰਡਰੀ ਦਾ, ਔਰ ਉਹਦੇ ਵਿੱਚ ਬੱਚੇ ਸਾਡੇ ਆਪਦੇ ਬੱਚੇ ਉੱਥੇ ਲੜ ਪਏ ਆਪਸ ਦੇ ਵਿੱਚ, ਔਰ ਲੜਾਈ ਬਹੁਤ ਬੁਰੀ ਤਰੀਕੇ ਦੇ ਨਾਲ ਹੋਈ। ਟੀਚਰਸ ਨੂੰ ਵੀ ਵਿੱਚ ਉਹਦਾ ਸੰਤਾਪ ਝੱਲਣਾ ਪਿਆ। ਉਹ 2-4 ਟੀਚਰਸ ਇੰਨੇ ਬੱਚਿਆਂ ਦੇ ਝੁੰਡ ਦੇ ਵਿੱਚ, ਉਹਨਾਂ ਨੂੰ ਵੀ ਧੱਕ ਮੁੱਕੀ ਕਾਫੀ ਝੱਲਣੀ ਪਈ। ਜੋ ਵੀ ਹੈ, ਇਹ ਕੋਈ ਵਧੀਆ ਮਤਲਬ ਹੈ ਨਹੀਂ ਸੀ। ਇਹਨੂੰ ਦੇਖ ਕੇ ਮਨ ਨੂੰ ਬਹੁਤ ਦੁੱਖ ਹੋਇਆ। ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਓ ਔਰ ਕੋਈ ਸੁਝਾਅ ਦਿਓ। ਸਿਵਾਏ ਸੰਧੂ ਸਾਹਿਬ ਦੇ ਬਾਕੀ ਮੈਨੂੰ ਲੱਗਦਾ ਕਿਸੇ ਨੂੰ ਇਹ ਗੱਲ ਸ਼ਾਇਦ ਸਮਝ ਨਹੀਂ ਆਈ ਮੇਰੀ, ਜਾਂ ਹੋ ਸਕਦਾ ਉਹਨਾਂ ਕੋਲ ਵੀ ਉਹ ਵੀ ਲਾਜਵਾਬ ਹੋਣ ਮੇਰੇ ਵਾਂਗੂ ਕਿ ਉਹਨਾਂ ਕੋਲ ਵੀ ਕੋਈ ਸ਼ਾਇਦ ਜਵਾਬ ਨਹੀਂ ਹੈਗਾ ਇਸ ਗੱਲ ਦਾ। ਜੋ ਵੀ ਹੈ, ਸਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਇਹ ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਆ ਔਰ ਕਿਉਂ ਜਾ ਰਹੇ ਆ। ਖਾਸ ਕਰ ਜਿਹੜੇ ਸਾਡੇ ਬੱਚੇ ਨਾ 10 ਤੋਂ ਲੈ ਕੇ 8-9 ਸਾਲ ਤੋਂ ਲੈ ਕੇ ਜਿਹੜੇ 15 ਸਾਲ ਦੀ ਉਮਰ ਦੇ ਬੱਚੇ ਆ, ਉਹਨਾਂ ਨੂੰ ਸਾਨੂੰ ਸਾਂਭਣ ਦੀ ਬਹੁਤ ਜ਼ਿਆਦਾ ਲੋੜ ਆ। ਮੈਂ ਇੱਕ ਇਨਸੀਡੈਂਟ ਤੁਹਾਡੇ ਨਾਲ ਹੁਣ ਸ਼ੇਅਰ ਕਰ ਰਿਹਾ। ਮੇਰੇ ਪਿਤਾ ਜੀ ਭਾਰਤ ਤੋਂ ਆਏ ਹੋਏ ਆ ਇਸ ਵੇਲੇ, ਸਾਡੇ ਨਾਲ ਉਹ 2 ਮਹੀਨੇ ਰਹਿਣ ਵਾਸਤੇ ਆਏ ਆ, ਔਰ ਇਨ ਬਿਟਵੀਨ ਇਹਨਾਂ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਇੱਕ ਜਿਹੜਾ ਹੈਲੋਵੀਨ ਦਾ ਟਾਈਮ ਹੁੰਦਾ ਉਹ ਵੀ ਇੱਥੇ ਦੇਖਿਆ। ਹੈਲੋਵੀਨ ਵਾਲੀ ਸ਼ਾਮ ਮੈਂ ਆਪਣੇ ਬੱਚਿਆਂ ਦੇ ਨਾਲ, ਉਹਨਾਂ ਨੇ ਕੈਂਡੀਜ਼ ਜਦੋਂ ਮੰਗਣ ਜਾਂਦੇ ਆ, ਮੈਂ ਉਹਨਾਂ ਨਾਲ ਗਿਆ ਹੋਇਆ ਸੀ, ਔਰ ਮੇਰੇ ਪਿਤਾ ਜੀ ਦੇ ਹਿੱਸੇ ਇਹ ਡਿਊਟੀ ਆਈ ਕਿ ਜਦੋਂ ਅਸੀਂ ਘਰ ਤੋਂ ਗਏ ਹੋਵਾਂਗੇ ਉਹ ਬੱਚਿਆਂ ਨੂੰ ਕੈਂਡੀ ਦੇਣਗੇ ਜਿਹੜੇ ਬੱਚੇ ਘਰੇ ਆ ਕੇ ਡੋਰਬੈਲ ਮਾਰਦੇ ਆ। ਔਰ ਜਦੋਂ ਮੈਂ ਵਾਪਸ ਆਇਆ ਤਾਂ ਉਹਨਾਂ ਨੇ ਮੈਨੂੰ ਇਹ ਇਨਸੀਡੈਂਟ ਨਰੇਟ ਕੀਤਾ, ਜਿਹਨੂੰ ਸੁਣ ਕੇ ਮੈਨੂੰ ਵੀ ਕਾਫੀ ਸ਼ਰਮਿੰਦਗੀ ਮਹਿਸੂਸ ਹੋਈ। ਉਹਨਾਂ ਨੇ ਦੱਸਿਆ, ਕਹਿੰਦੇ ਕਿ ਬੇਟਾ ਪਿੱਛੋਂ ਬੱਚੇ ਆਏ ਸੀਗੇ, 13-14 ਸਾਲ ਦਾ ਇੱਕ ਬੱਚਾ ਮੈਨੂੰ ਕਹਿੰਦਾ, ਅੰਕਲ ਜੀ, ਪੰਜਾਬੀ ਦੇ ਵਿੱਚ ਹੀ ਕਹਿੰਦਾ, ਅੰਕਲ ਜੀ ਪਾਣੀ ਮਿਲੇਗਾ ਇੱਕ ਗਲਾਸ। ਮੇਰੇ ਪਿਤਾ ਜੀ ਨੇ ਕਿਹਾ ਹਾਂ ਬੇਟਾ ਜ਼ਰੂਰ। ਉਹਨਾਂ ਨੇ ਅੰਦਰੋਂ ਆ ਕੇ ਉਹਨਾਂ ਨੂੰ ਪਾਣੀ ਦਾ ਗਲਾਸ ਫੜਾਇਆ, ਅਤੇ ਉਹ ਬੱਚਾ ਅੱਗੋਂ ਕਹਿੰਦਾ, ਅੰਕਲ ਜੀ ਤੁਹਾਨੂੰ ਪਤਾ ਥੋੜ੍ਹੀ ਲਾ ਲਈ ਅਤੇ ਜ਼ਿਆਦਾ ਹੋ ਗਈ ਅਤੇ ਮੇਰੇ ਫਰੈਂਡ ਨੇ ਉਲਟੀ ਕਰਤੀ। 13 ਸਾਲ ਦਾ 14 ਸਾਲ ਦਾ ਬੱਚਾ ਇਹ ਕਹਿ ਰਿਹਾ ਜੀ ਕਿ ਜ਼ਿਆਦਾ ਲਾ ਲਈ ਔਰ ਉਲਟੀ ਹੋ ਗਈ। ਉਹ ਬੱਚਾ ਜਿਹੜਾ ਹਾਲੇ ਕੈਂਡੀਆਂ ਮੰਗ ਰਿਹਾ, ਉਹ ਸ਼ਰਾਬ ਦਾ ਸੇਵਨ ਕਰ ਰਹੇ ਆ ਉਹ ਬੱਚੇ। ਸੋ ਕਿਤੇ ਨਾ ਕਿਤੇ ਸਾਨੂੰ ਇਹਨਾਂ ਬੱਚਿਆਂ ਦੀ ਹੋਰ ਜ਼ਿਆਦਾ, ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ 'ਤੇ ਨਿਗਾਹ ਰੱਖਣ ਦੀ ਲੋੜ ਆ, ਉਹਨਾਂ ਨੂੰ ਕੈਦ ਕਰਨ ਦੀ ਲੋੜ ਹੈ ਕਿਸੇ ਤਰੀਕੇ ਦੇ ਨਾਲ, ਪਰ ਫਿਰ ਵੀ ਸਾਨੂੰ ਇਸ ਗੱਲ ਦੀ ਲੋੜ ਹੈ ਕਿ ਅਸੀਂ ਉਹਨਾਂ ਦੇ ਚੰਗੇ ਦੋਸਤ ਬਣੀਏ ਅਤੇ ਉਹਨਾਂ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਉਹਦੇ ਬਾਰੇ ਜਾਂਚੀਏ ਕਿਸ ਤਰੀਕੇ ਦੇ ਨਾਲ। ਦੇਖੋ, ਮੈਂ ਹਰ ਕਿਸੇ ਦਾ ਆਪਦਾ ਵੱਖਰਾ ਸਟਾਈਲ ਹੁੰਦਾ। ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਤੁਸੀਂ ਉਹਨਾਂ ਦੇ ਦੋਸਤ ਬਣ ਸਕਦੇ ਹੋ। ਜੇ ਹੁਣ ਕਿਸੇ ਨੂੰ ਪਲੇ ਸਟੇਸ਼ਨ ਖੇਡ ਕੇ ਕਿਸੇ ਬੱਚੇ ਨੂੰ ਚੰਗਾ ਲੱਗਦਾ ਤਾਂ ਸਿੱਖ ਲਓ ਕੋਈ ਇੱਕ ਅੱਧੀ ਪਲੇ ਸਟੇਸ਼ਨ ਦੀ ਗੇਮ, ਉਹਦੇ ਨਾਲ ਬਹਿ ਕੇ ਉੱਥੇ ਉਹਨਾਂ ਦੇ ਮਨ ਦੀ ਗੱਲ, ਕਈ ਵਾਰ ਜਦੋਂ ਉਹਨਾਂ ਦੇ ਮਨ ਦੀ ਕਰਦੇ ਆ ਤਾਂ ਉਹ ਆਪਦੇ ਮਨ ਦੀ ਦੱਸ ਦਿੰਦੇ ਆ। ਹਰਦਿਆਲ ਨਾਗਰਾ ਜੀ, ਤੁਸੀਂ ਹੁਣ ਪ੍ਰੋਗਰਾਮ ਦੇ ਐਂਡ 'ਤੇ ਸਾਡੇ ਨਾਲ ਜੁੜੇ ਹੋ, ਪਰ ਚਲੋ ਫਿਰ ਵੀ ਜੀ ਆਇਆਂ ਨੂੰ ਜੀ, ਵੈਲਕਮ ਟੂ ਦ ਪ੍ਰੋਗਰਾਮ। ਹੈਲੋ, ਹਾਂਜੀ ਹਰਦਿਆਲ ਜੀ, ਤੁਸੀਂ ਆਉਣੇ। ਮੈਂ ਤੇ ਦੱਸਾਂ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਥੈਂਕ ਯੂ ਜੀ। ਹਾਂ ਯਾਰ, ਤੁਸੀਂ ਇੱਥੇ ਸਕੂਲ 'ਚ ਹੋਇਆ। ਹਾਂਜੀ। ਇਹਦਾ ਬੱਚਾ ਕਹਿੰਦਾ ਇੱਕ ਮੱਛੀ ਸਾਰੇ ਤਰ੍ਹਾਂ ਨੂੰ ਗੱਲਾਂ ਕਰ ਦਿੰਦੀ ਆ। ਬਿਲਕੁਲ ਜੀ, ਬਿਲਕੁਲ। ਉਹਨੂੰ ਫਰਕ, ਜਿਹੜਾ ਬੱਚਾ ਨਾ ਜਿਹੜਾ ਹੀਰੋ ਬਣਿਆ, ਜਿੱਦਾਂ ਕਹਿੰਦਾ ਨਾਇਕ ਬਣਿਆ, ਹਾਂਜੀ, ਉਹਨੂੰ ਪੁੱਛ ਕਰਨਾ ਚਾਹੀਦਾ, ਉਹਨੂੰ ਗੈਟ ਆਊਟ ਕਰਨਾ ਚਾਹੀਦਾ ਸਕੂਲ ਤੋਂ। ਗੈਟ ਆਊਟ ਹੋ ਜਾਓ, ਮੁੜ ਕੇ ਸਕੂਲ ਨਾ ਬੜੀ ਹੁੰਦਾ ਬੰਦੇ ਨੂੰ ਜੀ। ਐਕਸ਼ਨ ਲੈਣਾ ਚਾਹੀਦਾ ਤੁਹਾਨੂੰ। ਕਮਿਊਨਿਟੀ ਨੂੰ ਸਕੂਲ ਬੋਰਡ ਬਣਨਾ ਚਾਹੀਦਾ। ਸਕੂਲ ਬੋਰਡ ਹੁੰਦਾ ਨਾ ਤਾਂ ਬਣਿਆ ਜੀ, ਸਕੂਲ ਬੋਰਡ ਹੋਣ ਪੁਸ਼ਮਣ ਦੇ ਮੁੰਡੇ ਨੂੰ ਮੁੜ ਕੇ ਏਦਾਂ ਕੋਈ ਕੰਮ ਨਾ ਕਰੇ ਉੱਥੇ ਸਕੂਲ, ਮੁੜ ਕੇ ਏਦਾਂ ਹੋਵੇ ਹੀ ਨਹੀਂ ਦਾ ਜੀ। ਥੈਂਕ ਯੂ ਸੋ ਮਚ ਹਰਦਿਆਲ ਜੀ। ਮਾਫੀ ਚਾਹੁੰਦਾ, ਅਸੀਂ ਜ਼ਿਆਦਾ ਤੁਹਾਡੀ ਕਾਲ ਨਹੀਂ ਲੈ ਸਕੇ। ਧਾਲੀਵਾਲ ਜੀ, ਤੁਹਾਡੇ ਕੋਲ ਸਿਰਫ 1 ਮਿੰਟ ਹੈ ਜੀ, ਫਟਾਫਟ ਆਪਣੀ ਗੱਲ ਤੁਸੀਂ ਦੱਸੋ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੋ ਦੇਖੋ, ਗੱਲ ਏਦਾਂ, ਜੇ ਤਾਂ ਤੁਸੀਂ ਨਿਆਣੇ ਨੂੰ ਮਾਰਦੇ ਆ ਜੀ, ਸਿੱਧੀ ਕਲੀਅਰ ਗੱਲ ਆ, ਕੋਈ ਦੋਰਾਵਾ ਨਹੀਂ, ਤਾਂ ਉਹਦੀ ਫਿਰ ਗਾਂ ਕੰਪਲੇਂਟ ਚੱਲ ਜਾਂਦੀ, ਇੱਥੋਂ ਤੋਂ ਬੱਚੇ ਨੂੰ ਲੈ ਜਾਂਦੇ ਆ ਜੀ। ਇਹ ਟਰੂ ਆ ਜੀ। ਬਾਕੀ ਗੱਲ ਰਹੀ ਕਿ ਜਿੱਦਾਂ ਨਾ ਕਿ ਆਪਾਂ ਆਪ ਹੀ ਕੰਡੇ ਬੀਜੇ ਆਪਣੀ ਗੌਰਮੈਂਟ ਨੇ। ਪਹਿਲੀ ਤਾਂ ਗੱਲ ਸੀ, ਪੁਲਿਸ ਬੜੀ ਤਾੜ ਰੱਖਦੀ ਸੀ ਜੇ ਕੋਈ ਡਰੱਗ ਯੂਜ਼ ਕਰਦਾ ਸੀ, ਮੈਰੋਵਾਨਾ ਜੀ।
ਹੁਣ ਉਹ ਮੈਰੋਬਾਨਾ ਲੀਗਲ ਕੀਤਾ ਆ। ਜਿਹੜੇ ਮੈਰੋਬਾਨਾ ਨੂੰ ਵੇਚਦੇ ਆ ਉਹਨਾਂ ਨੂੰ ਮੁਰੇ ਗਾਹਕ ਚਾਹੀਦੇ ਆ ਤੇ ਸਾਡਾ ਲਿਜਾ ਕੇ ਵੇਚਣ, ਨਿਆਣੇ ਨੂੰ ਪੈਸੇ ਦੇਣ। ਮੈਂ ਸੁਣਦੇ ਸੀ ਤੁਸੀਂ ਆਖਿਆ ਸੀ, ਉਹ ਕਹਿੰਦਾ ਛੋਟਾ ਜਿਹਾ ਬੱਚਾ, ਉਹ ਕਹਿੰਦਾ ਮੈਂ ਲਾ ਲਈ ਆ। ਜਦੋਂ ਅਸੀਂ ਇੱਥੇ ਆਏ ਆ ਤੇ ਉਦੋਂ ਇਹ ਸੁਣਦੇ ਨਹੀਂ ਹੁੰਦੇ ਸੀ ਕਿਹਨੂੰ ਮੈਰੋਬਾਨਾ, ਫਿਰ ਪਤਾ ਲੱਗਾ ਭੰਗ ਨੂੰ ਮੈਰੋਬਾਨਾ ਕਹਿੰਦੇ ਆ। ਹੁਣ ਮੈਂ ਕਹਿਣਾ ਨਹੀਂ ਚਾਹੀਦਾ, ਸਾਡੇ ਵੀ ਧੀਆਂ ਆ, ਮੁੰਡੇ ਵੀ ਆ, ਪਰ ਉਹ ਸ਼ਰਮ ਆਉਂਦੀ ਹੈ ਇਸ ਗੱਲ ਦੀ। ਆਪਾਂ ਗੋਰਿਆਂ ਨੂੰ ਤਾਂ ਨਹੀਂ ਕਹਿ ਦਿੰਦੇ ਆ, ਗੋਰੇ ਘੱਟ ਆ ਜਿੰਨੇ ਸਾਡੇ ਕੰਮ ਨੂੰ ਇਸ ਨੂੰ ਚੱਕਦੇ। ਇਹ ਕਸੂਰ ਗੌਰਮੈਂਟ ਦਾ ਵੀ ਆ। ਤੇ ਤੁਸੀਂ ਨਿਆਣੀਆਂ ਤਾਂ ਬਾਹਰ ਨਿਆਣੀ ਟ੍ਰੇਨਿੰਗ ਦੇਈ ਜਾਂਦੇ, ਮਾਂ-ਬਾਪ ਕੀ ਕਰਨਗੇ ਦੱਸੋ? ਜੀ ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਜੀ। ਇਸ ਵੇਲੇ ਸਾਡੇ ਨਾਲ ਸਮੀਰ ਕੌਸ਼ਲ ਜੀ ਨੇ ਔਰ ਉਹ ਇੱਕ ਬ੍ਰੇਕਿੰਗ ਨਿਊਜ਼ ਲੈ ਕੇ ਆਏ ਆ। ਸਮੀਰ ਜੀ ਕੀ ਖਬਰ ਹੈ ਜੀ? ਜੀ ਸੰਧੂ ਸਾਹਿਬ ਜਿਸ ਤਰ੍ਹਾਂ ਸਾਨੂੰ ਪਤਾ ਕਿ ਭਾਰੀ ਇਸ ਵੇਲੇ ਬਰਸਾਤ ਚੱਲ ਰਹੀ ਹੈ ਔਰ ਤੇਜ਼ ਹਵਾਵਾਂ ਚੱਲ ਰਹੀਆਂ। ਹੁਣੇ ਜਾਣਕਾਰੀ ਮਿਲੀ ਹੈ ਕਿ ਪੂਰੀ ਦੀ ਪੂਰੀ ਮੈਰਿਟ ਸਿਟੀ ਨੂੰ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਹੈ। ਉੱਥੇ ਭਾਰੀ ਹੜ੍ਹ ਆ ਗਏ ਹੈ ਔਰ ਇਹ ਕਿਹਾ ਗਿਆ ਕਿ ਉੱਥੋਂ ਜਿਹੜੇ ਲੋਕ ਨੇ ਮੈਰਿਟ ਦੇ ਵਿੱਚ ਉਹ ਇਵੈਕੂਏਟ ਕਰ ਜਾਣ, ਕਿਉਂਕਿ ਬਹੁਤ ਉੱਥੇ ਪਾਣੀ ਜਿਹੜਾ ਉਹ ਭਰ ਚੁੱਕਾ ਇਲਾਕਿਆਂ ਦੇ ਵਿੱਚ। ਔਰ ਅਸੀਂ ਵੀ ਚਾਹਾਂਗੇ ਕਿ ਜਿਹੜੇ ਕੋਈ ਸਾਡੇ ਲਿਸਨਰ ਇਸ ਵੇਲੇ ਉਹਦੇ ਨਜ਼ਦੀਕ ਨੇ ਜਾਂ ਉੱਥੇ ਆਲੇ ਦੁਆਲੇ ਕਿਤੇ ਰਹਿੰਦੇ ਨੇ, ਉਹ ਵੀ ਕਿਰਪਾ ਕਰਕੇ ਸਾਨੂੰ ਇਹਦੇ ਬਾਰੇ ਨਾਲ ਦੇ ਨਾਲ ਜੇ ਕੋਈ ਜਾਣਕਾਰੀ ਹੋਏ ਤਾਂ ਜ਼ਰੂਰ ਸਾਂਝੀ ਕਰਨ। ਪਰ ਮੈਰਿਟ ਸਿਟੀ ਪੂਰੀ ਦੀ ਪੂਰੀ ਇਸ ਵੇਲੇ ਇਵੈਕੂਏਸ਼ਨ ਆਰਡਰ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਜੀ। ਧੰਨਵਾਦ ਸਮੀਰ ਜੀ, ਬਹੁਤ ਔਰ ਬੜੀ ਇੰਪੋਰਟੈਂਟ ਜਾਣਕਾਰੀ ਸਮੀਰ ਜੀ ਸਾਡੇ ਵਾਸਤੇ ਲੈ ਕੇ ਆਏ ਕਿ ਸਾਰੇ ਮੈਰਿਟ ਸਿਟੀ ਨੂੰ ਇਵੈਕੂਏਟ ਕਰਨ ਨੂੰ। ਦੇਖੋ ਕਿੱਡਾ ਪੁਰਾਣਾ ਸ਼ਹਿਰ ਹੈ ਔਰ ਕਿੱਡਾ ਅਹਿਮ ਸ਼ਹਿਰ ਹੈ ਉਹ, ਔਰ ਸਾਰੀ ਮੈਰਿਟ ਸਿਟੀ ਨੂੰ ਇਸ ਵੇਲੇ ਇਵੈਕੂਏਟ ਕਰਨ ਦੀ ਆਰਡਰ ਆ ਗਏ ਹੈ ਜੀ। ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਵਾਸਤੇ ਬੜੀ ਇਸ ਵੇਲੇ ਸਿੰਪਥੀ ਹੈ ਔਰ ਅਸੀਂ ਉਹਨਾਂ ਨੂੰ ਆਪਦੀ ਅਰਦਾਸਾਂ ਦੇ ਵਿੱਚ ਰੱਖ ਰਹੇ ਹਾਂ ਕਿ ਉਹ ਸਾਰੇ ਸੇਫ ਰਹਿਣ। ਫਿਲਹਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਖਤਮ ਹੁੰਦਾ ਜੀ। ਫਿਲਹਾਲ ਅੱਜ ਦੇ ਵਾਸਤੇ ਇੰਨਾ ਹੀ, ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਮੈਨੂੰ ਦਿਓ ਇਜਾਜ਼ਤ, ਰੱਬ ਰੱਖਾ।